सत श्री अकाल जी, मैं जसपाल सिंह। स्वागत है सारिਆਂ ਦਾ ब्रेन ऑन टीवी ਤੇ। सिखां ਦੇ ਉੱਪਰ ਇੱਕ ਇਲਜ਼ਾਮ ਲੱਗਦਾ ਕਿ ਇਹਨਾਂ ਨੇ ਕੁਰਬਾਨੀਆਂ ਜਾਂ ਮੱਲਾਂ ਦਾ ਬਹੁਤ ਮਾਰੀਆਂ, ਪਰ ਆਪਣੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਤਰਤੀਬ ਨਹੀਂ ਦਿੱਤੀ ਗਈ ਔਰ ਇਹਦੇ ਵਿੱਚ ਇਤਿਹਾਸ ਦੇ ਵਿੱਚ ਬੜੇ ਰੋਲ ਘਚੋਲੇ ਪੈ ਚੁੱਕੇ ਨੇ ਔਰ ਬਹੁਤੀ ਵਾਰ ਤਾਂ ਇਤਿਹਾਸ ਸਿੱਖਾਂ ਨੇ ਲਿਖਿਆ ਹੀ ਨਹੀਂ ਹੈ। ਪੁਰਾਣੀਆਂ ਜਿਹੜੇ ਇਤਿਹਾਸ ਦੀ ਗੱਲ ਕਰੀ ਉਦੋਂ ਸਿੱਖ ਜੰਗਾਂ ਯੁੱਧਾਂ ਦੇ ਵਿੱਚ ਉਲਝੇ ਰਹੇ, ਉਦੋਂ ਇਤਿਹਾਸ ਨਹੀਂ ਲਿਖ ਸਕੇ, ਮੰਨਦੇ ਆ ਕਮੀਆਂ ਰਹਿ ਗਈਆਂ ਨੇ। लेकिन मौजूदा समय ਦੇ ਵਿੱਚ ਵੀ ਜਿਹੜਾ ਅੱਜ ਤੋਂ 35-36 ਸਾਲ ਪਹਿਲਾਂ ਦਰਸਾਕਾ ਨੀਲਾ ਤਾਰਾ ਵਾਪਰਿਆ, ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਜਾਂ ਉਹਦੇ ਨਾਲ ਰਿਲੇਟਡ ਕੁਝ ਘਟਨਾਵਾਂ, ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪੰਜਾਬੀ ਸੂਬੇ ਮੋਰਚੇ ਨੂੰ ਲੈ ਕੇ, ਜਾਂ 47 ਤੋਂ ਬਾਅਦ ਕਿੰਨਾ ਕੁਝ ਸਿੱਖਾਂ ਨੇ ਪ੍ਰਾਪਤ ਕੀਤਾ, ਕੀ ਖੱਟਿਆ ਕੀ ਗਵਾਇਆ, ਉਹਦੇ ਬਾਬਤ ਵੀ ਇੱਕ ਜਿਹੜੀ ਭਰੋਸੇਯੋਗ ਅਤੇ ਚੰਗੀ ਇਤਿਹਾਸਕ ਕਿਤਾਬ ਬਹੁਤੇ मतलब नहीं मिलती पढ़न नूं। ये सिखां दी मौजूदा समय दे विच कमी है। सो आपां गल करनी है खास करके 84 दे विच जो कुछ हमला होया, हुण ये सानूं इधर उधर जुगाड़बाजियां करके ही लभना पैंदा कि सच्चाई की सी। सो इहो जी असीं कोशिश कर रहे हैं क्योंकि नवे तत्थ हरेक साल नवीं तो नवीं चीज़ दरबार साहिब दे हमले नाल जुड़ी हुई आ जाती है, जिहदे विच अलग अलग दावे कीते जांदे आ। ਉਹ ਸੱਚਾਈ ਕੀ ਆ, ਗੱਲਾਂ ਕੀ ਨੇ। ਇੱਕ ਚਸ਼ਮਦੀਦ ਗਵਾਹ ਸਾਡੇ ਨਾਲ ਨੇ ਪ੍ਰੋਫੈਸਰ ਕੁਲਬੀਰ ਸਿੰਘ ਜੀ। ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸਰ ਕੁਲਬੀਰ ਸਿੰਘ ਦੀ ਨੇੜਤਾ ਸੰਤ ਜਰਨੈਲ ਸਿੰਘ, ਭਾਈ ਹਰਮਿੰਦਰ ਸਿੰਘ ਸੰਧੂ ਤੇ ਭਾਈ ਅਮਰੀਕ ਸਿੰਘ ਨਾਲ ਇਹਨਾਂ ਦੀ ਕਾਫੀ ਜ਼ਿਆਦਾ ਨੇੜਤਾ ਸੀ। ਇਸ ਤੋਂ ਇਲਾਵਾ ਇੱਕ ਕਿਤਾਬ ਛਪੀ ਸੀ ਦੀ ਗੈਲੈਂਟ ਡਿਫੈਂਡਰ। ਉਸ ਕਿਤਾਬ ਦੇ ਰਾਈਟਰ AR ਦਰਸ਼ੀ ਜੀ ਜੋ ਕਿ PCS ਆਫੀਸਰ ਸਨ, ਤੇ ਉਹਨਾਂ ਨੇ ਕਿਤਾਬ ਲਿਖੀ ਸੀ ਅੰਗਰੇਜ਼ੀ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ। ਉਹ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਪ੍ਰੋਫੈਸਰ ਕੁਲਬੀਰ ਸਿੰਘ ਨੇ ਕੀਤਾ, ਤੇ ਉਹ ਕਿਤਾਬ ਪੰਜਾਬੀ ਦੇ ਵਿੱਚ ਜਾਂਬਾਜ਼ ਰਾਖਾ ਦੇ ਸਿਰਲੇਖ ਹੇਠ ਮਿਲਦੀ ਹੈ। ਬੜੀ ਚੰਗੀ ਕਿਤਾਬ ਹੈ, ਪੜ੍ਹਨੀ ਚਾਹੀਦੀ ਹੈ ਸਾਰਿਆਂ ਨੂੰ। ਸੋ ਇਹਨਾਂ ਤੋਂ ਜਾਣਾਂਗੇ ਕਿ ਦਰਬਾਰ ਸਾਹਿਬ ਦੇ ਅੰਦਰ ਹਮਲੇ ਦੇ ਦੌਰਾਨ ਕਿਹੋ ਜਿਹੇ ਹਾਲਾਤ ਸੀ, ਕੀ ਉੱਥੇ ਵਾਪਰਿਆ, ਅੱਖੀਂ ਦੇਖੇ ਹਾਲਾਤ ਇਹਨਾਂ ਨੇ ਕੀ ਦੇਖੇ। ਸੋ ਮੈਂ ਪ੍ਰੋਫੈਸਰ ਕੁਲਬੀਰ ਸਿੰਘ ਜੀ ਦਾ ਸਵਾਗਤ ਕਰਦਾ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਸਰ ਸਭ ਤੋਂ ਪਹਿਲਾਂ ਤਾਂ ਜਿਵੇਂ ਕਈ ਤਰੀਕੇ ਦੇ ਦਾਅਵੇ ਕੀਤੇ ਜਾਂਦੇ ਆ ਕਿ ਫੌਜ ਨੇ ਵਾਰਨਿੰਗ ਦਿੱਤੀ, ਕੋਈ ਕਹਿੰਦਾ ਨਹੀਂ ਦਿੱਤੀ, ਤਾਂ ਇਹਦੇ ਬਾਰੇ ਜਿਵੇਂ 84 ਤੋਂ ਪਹਿਲਾਂ ਸ਼ਰਧਾਲੂਆਂ ਨੂੰ ਜਾਂ ਸਿੱਖ ਸੰਗਤ ਨੂੰ ਦਰਬਾਰ ਸਾਹਿਬ ਕੰਪਲੈਕਸ ਛੱਡਣ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਫੌਜ ਨੇ ਵਾਰਨਿੰਗ ਦਿੱਤੀ ਸੀ ਜਿਹਦੇ ਕਰਕੇ ਸਿੱਖ ਅਲਰਟ ਹੋ ਜਾਂਦੇ ਜਾਂ ਜਿਹੜੇ ਨਜਾਇਜ਼ ਮਰੇ ਨੇ ਉੱਥੇ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ? ਦੇਖੋ ਜੀ, ਫੌਜ ਨੇ ਜਿਹੜਾ ਹਮਲਾ ਸ਼ੁਰੂ ਕੀਤਾ ਜੀ, ਉਹ ਕੀਤਾ ਹੈਗਾ 4 ਤਰੀਕ ਨੂੰ ਤੜਕੇ 4:40 ਦੇ ਉੱਤੇ ਪਹਿਲਾ ਜਿਹੜਾ ਗੋਲਾ ਉਹਨਾਂ ਨੇ ਦਾਗਿਆ ਜੀ। ਕਿੰਨੀ ਤਰੀਕ ਦੀ ਗੱਲ ਹੈ ਇਹ? 4 ਜੂਨ 1984 ਦੇ ਸਵੇਰੇ ਤੜਕੇ ਜੀ 4:40 ਦੀ ਘਟਨਾ ਹੈ ਜੀ ਜੀ ਜੀ। ਪਹਿਲਾ ਗੋਲਾ ਵੱਜਿਆ ਜਦੋਂ 4:40 ਹੋਏ ਸੀ, ਉਸਨੇ ਸਾਰਾ ਕੰਪਲੈਕਸ ਜਿਹੜਾ ਸੀ ਉਹ ਕੰਬਣ ਲਾ ਦਿੱਤਾ ਜੀ। ਉਸ ਤੋਂ ਬਾਅਦ ਲਗਾਤਾਰ 2 ਦਿਨ ਫਾਇਰਿੰਗ ਹੁੰਦੀ ਰਹੀ ਹੈ। 4 ਤਰੀਕ ਨੂੰ ਦਿਨ ਦੇ ਟਾਈਮ ਵੀ ਸਾਰਾ ਦਿਨ ਫਾਇਰਿੰਗ ਤੇ ਗੋਲਾਬਾਰੀ ਹੋਈ ਹੈ ਜੀ। 5 ਤਰੀਕ ਨੂੰ ਵੀ ਦਿਨੇ ਗੋਲਾਬਾਰੀ ਹੁੰਦੀ ਰਹੀ ਹੈ ਸਾਰਾ ਦਿਨ ਜੀ, ਤੇ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਅਨਾਉਂਸਮੈਂਟ ਸੁਣਨ ਨੂੰ ਨਹੀਂ ਮਿਲੀ ਜੀ। 5 ਤਰੀਕ ਨੂੰ ਸ਼ਾਮ ਨੂੰ ਜੀ ਕੁਝ ਸਮੇਂ ਵਾਸਤੇ ਗੋਲੀ ਚੱਲਣੀ ਬੰਦ ਹੋਈ ਆ ਜੀ। ਉਸ ਗੋਲਾਬਾਰੀ ਦੇ ਬੰਦ ਹੋਣ ਤੋਂ ਬਾਅਦ ਅੱਧਾ ਪੌਣਾ ਘੰਟਾ ਬਾਅਦ ਇਹ ਗੱਲ ਅਫਵਾਹ ਦੇ ਵਜੋਂ ਇੱਕ ਸੁਣਨ ਦੇ ਵਿੱਚ ਆਈ ਕਿ ਜੀ ਸਰਕਾਰ ਨੇ ਜਿਹੜਾ ਉਹ ਗੋਲਾਬੰਦੀ ਬੰਦ ਕਰਾਈ ਆ ਫੌਜ ਦੀ, ਤੇ ਸਾਰਿਆਂ ਨੂੰ ਅੰਦਰੋਂ ਬਾਹਰ ਨਿਕਲਣ ਲਈ ਕਿਹਾ। ਅਫਵਾਹ ਸੀ ਇਹ ਲਗਭਗ ਅਫਵਾਹ ਹੀ ਸੀ, ਕਿਉਂਕਿ ਸਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਵਾਰਨਿੰਗ, ਇਸ ਤਰ੍ਹਾਂ ਦੀ ਕੋਈ ਮੁਨਾਦੀ ਜਿਹੜੀ ਆ ਉਹ ਸੁਣਾਈ ਨਹੀਂ ਦਿੱਤੀ ਜੀ। ਜੇ ਇਸ ਕਿਸਮ ਦੀ ਕੋਈ ਮੁਨਾਦੀ ਹੋਵੇ ਕਿ ਜਿਹੜੀ ਉੱਥੇ ਬੋਲਣ ਵਾਲਿਆਂ ਦੇ ਨੇੜੇ ਤੇੜੇ ਹੀ ਜਾਂ ਮੁਨਾਦੀ ਦੇਣ ਵਾਲਿਆਂ ਦੇ ਹੀ ਨੇੜੇ ਤੇੜੇ ਜਿਸ ਦੀ ਆਵਾਜ਼ ਰਹਿ ਜਾਵੇ, ਤਾਂ ਇਹੋ ਜਿਹੀ ਮੁਨਾਦੀ ਤਾਂ ਸਿਰਫ ਇੱਕ ਕਾਗਜ਼ੀ ਕਾਰਵਾਈ ਕਹੀ ਜਾ ਸਕਦੀ ਹੈ। ਕੋਈ ਢੰਗ ਤਰੀਕੇ ਦੀ ਮੁਨਾਦੀ ਨਹੀਂ ਸੀ ਜਿਸ ਨਾਲ ਕੋਈ ਯਾਤਰੂ ਜਾਂ ਹੋਰ ਲੋਕ ਕੋਈ ਵੀ ਉੱਥੋਂ ਅੰਦਰ ਸੀ ਜਿਹੜੇ ਮੌਜੂਦ ਉਹ ਬਾਹਰ ਜਾ ਸਕਦੇ ਜੀ। ਸਰ ਜਿਵੇਂ ਕੋਈ ਹਮਲਾ ਹੁੰਦਾ ਜਾਂ ਘਟਨਾ ਵਾਪਰਦੀ ਹੈ ਤਾਂ ਬੜੀ ਇੱਕਦਮ ਭੱਜ ਦੜ ਮੱਚ ਜਾਂਦੀ, ਜਿਵੇਂ ਤੁਸੀਂ ਵੀ ਕਿਹਾ ਕਿ ਪਹਿਲਾ ਗੋਲਾ ਵੱਜਾ ਤੇ ਸਾਰਾ ਕੰਪਲੈਕਸ ਉਹਦੇ ਨਾਲ ਹਿੱਲਿਆ, ਤਾਂ ਅੰਦਰ ਕਿਹੋ ਜਿਹਾ ਮਾਹੌਲ ਸੀ? ਕਿਉਂਕਿ ਸੰਗਤ ਸੁਣਨ ਦੇ ਵਿੱਚ ਆਇਆ ਕਿ ਕਾਫੀ ਸੰਗਤ ਸੀ ਉੱਥੇ, ਤਾਂ ਅੰਦਰ ਕੀ ਤੁਸੀਂ ਅੱਖੀਂ ਦੇਖਿਆ ਕਿ ਲੋਕਾਂ ਨੇ ਕੀ ਤਬਦੀਲੀਆਂ ਕੀਤੀਆਂ ਆਪਣੇ ਆਪ 'ਚ, ਜਾਂ ਕੀ ਉੱਥੇ ਕੁਝ ਵਾਪਰਿਆ ਸੰਗਤ ਦਾ, ਜਾਂ ਸਾਰਿਆਂ ਦਾ ਕੀ ਵਿਵਹਾਰ ਸੀ ਅੰਦਰ? ਦੇਖੋ, ਜਿਹੜੀ ਉੱਥੇ ਸੰਗਤ ਸੀਗੀ ਉਹਦੇ 'ਚ ਤਾਂ ਬਹੁਤ ਹਫੜਾ ਦਫੜੀ ਮੱਚੀ ਜੀ। ਮਤਲਬ ਉਹ ਸਾਰੇ ਲੋਕ ਪਰਿਕਰਮਾ ਦੇ ਵਿੱਚ ਸੀ ਉਦੋਂ? ਨਹੀਂ, ਸਾਰੇ ਲੋਕ ਪਰਿਕਰਮਾ ਦੇ ਵਿੱਚ ਤਾਂ ਨਹੀਂ ਸੀਗੇ ਜੀ। ਕੁਝ ਲੋਕ ਪਰਿਕਰਮਾ ਦੇ ਵਿੱਚ ਵੀ ਸੁੱਤੇ ਹੋਣਗੇ, ਅਸੀਂ ਉਸ ਪਾਸੇ ਤਾਂ ਨਹੀਂ ਸੀ, ਪਰ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਕਿ ਸੰਗਤ ਜਿਹੜੀ ਆ ਗਰਮੀ ਦੇ ਦਿਨਾਂ ਦੇ ਵਿੱਚ ਉੱਥੇ ਪਰਿਕਰਮਾ ਦੇ ਵਿੱਚ ਸੌਂ ਜਾਂਦੀ ਆ, ਕਿਉਂਕਿ ਪੱਖੇ ਵਗੈਰਾ ਚੱਲਦੇ ਹੁੰਦੇ ਆ ਜੀ। ਸਰੋਵਰ ਦਾ ਕੰਢਾ ਹੋਣ ਕਾਰਨ, ਸਰੋਵਰ ਦੇ ਨੇੜੇ ਹੋਣ ਕਾਰਨ ਪਰਿਕਰਮਾ ਤੇ ਜਦੋਂ ਕੋਈ ਹਵਾ ਰੁਮਕਦੀ ਆ ਤਾਂ ਉਹ
ਠੰਡੀ ਹੋ ਜਾਂਦੀ ਆ। ਜੀ 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 ਸੋ ਆਮ ਤੌਰ ਤੇ ਸੰਗਤ ਜਿਹੜੀ ਪਿੰਡਾਂ ਵਗੈਰਾ 'ਚ ਉਹਦਾ ਦੂਰ ਦਰਾਡੇ ਆਈ ਹੁੰਦੀ ਆ, ਜਿਨ੍ਹਾਂ ਨੂੰ ਕੋਈ ਕਮਰੇ ਨਹੀਂ ਮਿਲਦੇ ਜੀ ਜੀ ਜਾਂ ਜਿਨ੍ਹਾਂ ਨੂੰ ਕੋਈ ਇਹਨਾਂ ਤਰੱਦਦ ਕਰਨਾ ਆਉਂਦਾ ਨਹੀਂ ਕਿ ਕਮਰਾ ਕਿਸ ਤਰ੍ਹਾਂ ਹਾਸਲ ਕਰਨਾ, ਜਾਂ ਉਹਨਾਂ ਨੂੰ ਇਹਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ, ਉਹ ਪ੍ਰਕਰਮਾਂ ਦੇ ਵਿੱਚ ਸੌਂ ਜਾਂਦੇ ਆ, ਆਰਾਮ ਕਰਦੇ ਆ ਉੱਥੇ। ਤਾਂ ਜ਼ਾਹਰ ਹੈ ਕਿ ਉਸ ਸਮੇਂ ਵੀ ਪ੍ਰਕਰਮਾਂ ਦੇ ਵਿੱਚ ਬਹੁਤ ਸਾਰੀ ਸੰਗਤ ਜਿਹੜੀ ਉਹ ਸੁੱਤੀ ਹੋਏਗੀ ਜੀ। ਸੋ ਜਦੋਂ ਗੋਲਾਬਾਰੀ ਹੋਈ ਆ, ਇੱਧਰ ਸਰਾਂ ਦੇ ਵਿੱਚ ਵੀ ਲੋਕ ਵਿਹੜਿਆਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਸੌਂਦੇ ਹਨ ਜੀ, ਤਾਂ ਉਹ ਸਾਰਿਆਂ ਦੇ ਵਿੱਚ ਭਗਦੜ ਮੱਚੀ ਆ, ਔਰ ਸਾਰਿਆਂ ਨੇ ਆਪੋ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਜਿਹੜਾ ਉਹ ਕਿਤੇ ਨਾ ਕਿਤੇ ਸੁਰੱਖਿਅਤ ਕਰਨ ਵਾਸਤੇ ਉਹਨਾਂ ਨੇ ਟਿਕਾਣਾ ਆਪਣਾ ਲੱਭਿਆ ਜੀ, ਤਾਂ ਕਿ ਜਿੱਥੇ ਕੋਈ ਸਿੱਧੇ ਰੂਪ ਦੇ ਵਿੱਚ ਉਹਨਾਂ ਨੂੰ ਗੋਲੀ ਨਾ ਵੱਜ ਸਕੇ। ਸਰ ਇੱਕ ਨਾ ਬੜੀ ਇੰਪੋਰਟੈਂਟ ਘਟਨਾ ਆ ਟੈਂਕੀ ਦਾ ਮੋਰਚਾ ਉੱਥੇ। ਹੁਣ ਹਰੇਕ ਸਾਲ ਕੋਈ ਨਾ ਕੋਈ ਨਵਾਂ ਹੀ ਜਰਨਲ ਜਾਂ ਕਮਾਂਡਰ ਟੈਂਕੀ ਦੇ ਮੋਰਚੇ ਤੇ ਚੜ੍ਹ ਜਾਂਦਾ ਆ ਕੇ ਵੀ ਮੈਂ ਕਮਾਂਡਿੰਗ ਕੀਤੀ। ਤਾਂ ਇੱਕ ਹੈਰਾਨੀ ਦੀ ਗੱਲ ਇਹ ਆ ਕਿ ਕਿੰਨੀ ਕੁ ਵੱਡੀ ਟੈਂਕੀ ਸੀ, ਕਿੰਨੇ ਕਿੱਲਿਆਂ ਦੇ ਵਿੱਚ ਉਹ ਟੈਂਕੀ ਖਿਲਰੀ ਸੀ ਵੀ ਜਿੱਥੇ ਹਰ ਇੱਕ ਬੰਦਾ ਜਾ ਕੇ ਜਗ੍ਹਾ ਲੈ ਲੈਂਦਾ ਸੀ, ਔਰ ਕਿੰਨੇ ਲੋਕ ਸੀ ਟੈਂਕੀ ਦੇ ਵਿੱਚ। ਇਹ ਸੱਚਾਈ ਵੀ ਲੋਕਾਂ ਦੇ ਵਿੱਚ ਬਾਹਰ ਆਉਣੀ ਚਾਹੀਦੀ ਹੈ। ਤੁਸੀਂ ਟੈਂਕੀ ਦੇ ਮੋਰਚੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਜਿਹੜੀ ਅਸਲ ਦੇ ਵਿੱਚ ਤੁਸੀਂ ਦੇਖੀ ਹੋਵੇ ਜਾਂ ਸਮਝੀ ਹੋਵੇ ਉਹ ਚੀਜ਼ ਨੂੰ? ਹਾਂਜੀ, ਇਹ ਗੱਲ ਪ੍ਰਸ਼ਨ ਤੁਹਾਡਾ ਸਹੀ ਹੈ, ਕਿਉਂਕਿ ਮੈਂ ਵੀ ਬਹੁਤ ਸਾਲਾਂ ਦੇ ਉੱਤੋਂ ਇਹ ਸੁਣਦਾ ਆ ਰਿਹਾ, ਬਹੁਤ ਸਾਲਾਂ ਤੋਂ, ਕਿ ਟੈਂਕੀ ਦੇ ਮੋਰਚੇ ਸੰਬੰਧੀ ਜੀ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਟੈਂਕੀ ਉਹ ਆਮ ਟੈਂਕੀਆਂ ਵਰਗੀ ਸੀ, ਪਰ ਉਹ ਥੋੜਾ ਉਸ ਦਾ ਸਾਈਜ਼ ਵੱਡਾ ਸੀ, ਕਿਉਂਕਿ ਉਹ ਪੂਰੇ ਕੰਪਲੈਕਸ ਨੂੰ ਪਾਣੀ ਦੀ ਸਪਲਾਈ ਉਸ ਤੋਂ ਜਾਂਦੀ ਸੀ ਜੀ। ਪਰ ਇੰਨੀ ਵੱਡੀ ਨਹੀਂ ਕਿ ਉੱਥੇ ਕੋਈ ਬਹੁਤ ਜਿਵੇਂ ਕੋਈ ਸਰਾਂ ਦੀ ਬਿਲਡਿੰਗ ਹੈ, ਜਿਸ ਤਰ੍ਹਾਂ ਉਸ ਦੀ ਸਾਈਡ ਦੇ ਉੱਤੇ ਉਹ ਟੈਂਕੀ ਸੀ, ਤੇ ਜਿਸ ਤਰ੍ਹਾਂ ਪ੍ਰਪੋਰਸ਼ਨੇਟਲੀ ਇੱਕ ਟੈਂਕੀ ਹੋਣੀ ਚਾਹੀਦੀ ਹੈ ਕਿਸੇ ਬਿਲਡਿੰਗ ਨੂੰ ਪਾਣੀ ਸਪਲਾਈ ਲਈ, ਉਸੇ ਤਰ੍ਹਾਂ ਦੀ ਸੀ। ਥੋੜੀ ਆਮ ਟੈਂਕੀਆਂ ਨਾਲੋਂ, ਜਿਵੇਂ ਪਿੰਡਾਂ ਦੇ ਵਿੱਚ ਆਮ ਟੈਂਕੀਆਂ ਬਣੀਆਂ ਹੁੰਦੀਆਂ, ਉਸ ਤੋਂ ਥੋੜੀ ਵੱਡੀ ਜ਼ਰੂਰ ਸੀ। ਜੀ ਜੀ ਜੀ। ਇਸ ਟੈਂਕੀ ਦੇ ਮੋਰਚੇ ਦੇ ਬਾਰੇ ਜਿਹੜੇ ਦਾਅਵੇ ਬਹੁਤ ਸਾਲਾਂ ਤੋਂ ਸੁਣਨ ਨੂੰ ਮਿਲ ਰਹੇ ਆ ਜੀ, ਉਹਨਾਂ ਦੇ ਵਿੱਚ ਵੱਡਾ ਕਾਰਨ ਇਹ ਹੈ ਕਿ ਟੈਂਕੀ ਦਾ ਮੋਰਚਾ ਕਿਉਂਕਿ ਬਹੁਤ ਉੱਚਾ ਸੀ ਜੀ, ਟੈਂਕੀ ਦੀ ਉਚਾਈ ਬਹੁਤ ਸੀ, ਇਸ ਕਰਕੇ ਉਹਦੀ ਮਸ਼ਹੂਰੀ ਬਹੁਤ ਹੋ ਗਈ ਜੀ। ਤਾਂ ਮਸ਼ਹੂਰੀ ਹੋਣ ਕਾਰਨ ਜਿੰਨੇ ਵੀ ਲੋਕ ਉਸ ਪਾਸੇ ਵਿਚਰ ਰਹੇ ਸਨ, ਉਹ ਸਾਰਿਆਂ ਦੀਆਂ ਹੁਣ ਮਹੱਤਵਾਕਾਂਖਿਆਵਾਂ ਵੀ ਹੁੰਦੀਆਂ ਨੇ, ਸਾਰੇ ਹੀ ਹੁਣ ਕਮਾਂਡਰ ਹੀ ਅਖਾਉਂਦੇ ਆ, ਕਿਉਂਕਿ ਅਸਲ ਕਮਾਂਡਰ ਤਾਂ ਹੁਣ ਕੋਈ ਸੀਨ ਤੇ ਹੈ ਨਹੀਂ ਜੀ, ਤੇ ਨਾ ਹੀ ਕੋਈ ਦੱਸਣ ਵਾਲਾ। ਅਸਲ ਦੇ ਵਿੱਚ ਉਸ ਏਰੀਏ ਦੇ ਵਿੱਚ ਜਿਹੜੀ ਸਮੁੱਚੀ ਕਮਾਂਡ ਸੀ ਉਹ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕੋਲੇ ਸੀ, ਕਿਉਂਕਿ ਭਾਈ ਬਰੀਕ ਸਿੰਘ ਹੋਰੀ ਇੱਧਰ ਨਹੀਂ ਸੀ ਰਹਿੰਦੇ, ਉਹ ਲੰਗਰ ਵਾਲੀ ਸਾਈਡ ਤੇ ਉਹਨਾਂ ਦੀ ਰਿਹਾਇਸ਼ ਸੀ, ਤੇ ਉਹ ਤਕਰੀਬਨ ਉੱਥੋਂ ਮੇਰਾ ਖਿਆਲ 4 ਤਰੀਕ ਨੂੰ ਹੀ ਜਾਂ 5 ਨੂੰ ਉਸ ਅਕਾਲ ਤਖਤ ਸਾਹਿਬ ਦੇ ਉੱਤੇ ਸੰਤਾਂ ਦੇ ਕੋਲ ਚਲੇ ਗਏ ਸੀ ਜੀ। ਸੋ ਇੱਧਰ ਜਿਹੜੀ ਸਮੁੱਚੀ ਕਮਾਂਡ ਸੀ ਉਹ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕੋਲ ਸੀ ਜੀ। ਔਰ ਬਕਾਇਦਾ ਜਿਹੜੇ ਇੱਥੇ ਮੋਰਚੇ ਬਣਾਏ ਗਏ ਜੀ, ਟੈਂਕੀ ਦੇ ਉੱਪਰ ਜਿਹੜਾ ਮੋਰਚਾ ਬਣਾਇਆ ਗਿਆ ਉਹ ਭਾਈ ਰਜਿੰਦਰ ਸਿੰਘ ਮਹਿਤਾ ਦੀ ਦੇਖ ਰੇਖ ਹੇਠ ਬਣਾਇਆ ਗਿਆ ਜੀ। 3 ਤਰੀਕ ਨੂੰ ਸ਼ਾਮ ਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਨਾਲ ਸੀਗਾ ਮੈਂ, ਅਸੀਂ ਸੰਤਾਂ ਦੇ ਕੋਲ ਗਏ ਆ ਜੀ। ਅਕਾਲ ਤਖਤ ਸਾਹਿਬ ਦੇ ਉੱਤੇ ਸ਼ਾਮ ਨੂੰ ਇੰਟਰਵਿਊ ਹੋਈ, ਅਸੀਂ ਤਕਰੀਬਨ ਕੋਈ 6:30-7 ਵਜੇ ਉੱਥੋਂ ਵਾਪਸ ਤੁਰੇ ਆ ਜੀ। ਚਾਨਣ ਹੁੰਦਾ ਕਿਉਂਕਿ ਜੂਨ ਦੇ ਦਿਨਾਂ ਵਿੱਚ ਸ਼ਾਮੀ 7 ਵਜੇ ਵੀ ਕਾਫੀ ਦਿਨ ਵੱਡੇ ਹੁੰਦੇ ਆ ਜੀ। ਔਰ ਅਸੀਂ ਜਦੋਂ ਰਾਮਗੜੀਆ ਬੰਗਾਂ ਵਾਲੀ ਨੁੱਕਰ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਸਾਨੂੰ ਭਾਈ ਸਵਰਨ ਸਿੰਘ ਹੋਰੀ ਮਿਲ ਗਏ, ਰੋਡੇ ਵਾਲੇ ਜੀ, ਭਾਈ ਜਸਬੀਰ ਸਿੰਘ ਰੋਡੇ ਉਹਨਾਂ ਦੇ ਜਿਹੜੇ ਭਾਈ ਸਨ ਛੋਟੇ ਜੀ। ਤਾਂ ਉੱਥੇ ਖੜੇ ਅਸੀਂ ਟੈਂਕੀ ਵੱਲ ਦੇਖ ਰਹੇ ਸਾਂ ਤੇ ਭਾਈ ਰਜਿੰਦਰ ਸਿੰਘ ਮਹਿਤਾ ਉੱਪਰ ਖੜੇ ਹੋਏ ਸੀਗੇ ਤੇ ਬੋਰੀਆਂ ਲਗਵਾ ਰਹੇ ਸੀ ਜੀ। ਤਾਂ ਉੱਥੇ ਭਾਈ ਸਵਰਨ ਸਿੰਘ ਬੜੇ ਹਸਮੁਖ ਸੁਭਾਅ ਦੇ ਸਨ ਜੀ। ਉਹਨਾਂ ਨੇ ਦੇਖ ਕੇ ਮਹਿਤਾ ਸਾਹਿਬ ਵੱਲ ਤੇ ਕਿਹਾ ਕਿ ਕਹਿੰਦੇ ਵੀ ਹੁਣ ਸ਼ਹੀਦੀਆਂ ਦੀਆਂ ਤਿਆਰੀਆਂ ਹੋ ਰਹੀਆਂ ਜੀ, ਤੇ ਕਹਿੰਦੇ ਵੀ ਹੁਣ ਹਮਲਾ ਅਟੱਲ ਹੈ ਤੇ ਹੁਣ ਆਪਾਂ ਨੂੰ ਸ਼ਹਾਦਤਾਂ ਦੇਣੀਆਂ ਪੈਣਗੀਆਂ ਜੀ। ਸੋ ਅਸੀਂ ਉਹਨਾਂ ਦੀ ਇਹ ਗੱਲਾਂ ਸੁਣ ਕੇ ਉਹਨਾਂ ਨਾਲ ਹੱਸ ਕੇ ਕੋਈ ਜਵਾਬ ਦੇ ਕੇ ਅਸੀਂ ਉਸ ਤੋਂ ਬਾਅਦ ਅਸੀਂ ਆਏ, ਔਰ ਸਾਰੇ ਉੱਥੇ ਆਲੇ ਦੁਆਲੇ ਜੋ ਵੀ CRP ਜਾਂ ਫੌਜ ਦਾ ਮੋਰਚਾ ਸੀ ਉਹਨਾਂ ਨੂੰ ਦਿਖ ਰਿਹਾ ਸੀਗਾ ਕਿ ਮੋਰਚਾ ਬਣ ਰਿਹਾ ਉੱਤੇ। ਔਰ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਜੋ ਵੀ ਜਾਣਦਾ ਸੀ ਉਹ ਉਹਨਾਂ ਨੂੰ ਦੇਖ ਸਕਦਾ ਸੀਗਾ ਕਿ ਭਾਈ ਰਜਿੰਦਰ ਸਿੰਘ ਮਹਿਤਾ ਟੈਂਕੀ ਦੇ ਉੱਤੇ ਖੜੇ ਆ ਤੇ ਉਹ ਮੋਰਚਾ ਪੱਕਾ ਕਰਵਾ ਰਹੇ ਆ ਜੀ ਜੀ ਜੀ। ਛੋਟਾ ਜਿਹਾ ਮੋਰਚਾ ਉੱਥੇ ਪਹਿਲਾਂ ਵੀ ਸੀ ਜੀ, ਪਰ ਹਮਲੇ ਨੂੰ ਦੇਖਦੇ ਹੋਇਆ ਉਹ ਹਮਲੇ ਦੀ ਖਤਰੇ ਨੂੰ ਭਾਂਪਦਿਆਂ ਉਹ ਮੋਰਚਾ ਜਿਹੜਾ ਪੱਕਾ ਕੀਤਾ ਗਿਆ। ਔਰ ਵਿਰਸਾ ਸਿੰਘ ਬਲਟੋਆ ਦੀ ਡਿਊਟੀ ਉੱਥੇ ਲਾਈ ਗਈ ਸੀ ਜੀ ਕਿ ਟੈਂਕੀ ਵਾਲੇ ਮੋਰਚੇ ਦੇ ਉੱਤੇ ਜੇ ਕੋਈ ਵੀ ਹਮਲਾ ਹੁੰਦਾ ਤਾਂ ਟੈਂਕੀ ਵਾਲਾ ਮੋਰਚਾ ਵਿਰਸਾ ਸਿੰਘ ਬਲਟੋਆ ਸੰਭਾਲੇਗਾ ਜੀ। ਸੁਭਾਵਿਕ ਗੱਲ ਹੈ ਕਿ ਇੱਕ ਮੋਰਚੇ ਦੇ ਵਿੱਚ ਕੋਈ ਇੱਕੋ ਵਿਅਕਤੀ ਤਾਂ ਨਹੀਂ ਹੋਏਗਾ ਜੀ, ਉਸ ਦੇ ਨਾਲ ਵੀ ਕੋਈ 2-4 ਜਣੇ ਹੋਣਗੇ ਜੀ। ਸੋ ਅਸਲੀਅਤ ਇਹ ਹੈ ਕਿ ਇਹ ਜਿਹੜੀ ਚਰਚਾ ਬਹੁਤ ਚਿਰ ਤੋਂ ਇਹੀ ਚੱਲਦੀ ਰਹੀ ਹੈ ਕਿ ਇਹ ਬੱਬਰਾਂ ਦੇ ਕੋਲ ਸੀਗਾ, ਬੱਬਰ ਖਾਲਸਾ ਕੋਲੇ ਸੀ। ਬੱਬਰ ਖਾਲਸਾ ਵਾਲੇ ਜਿਹੜੇ ਸਨ ਉਹ
ਟੈਂਕੀ ਦੇ ਨਾਲ ਹੀ ਉਹਨਾਂ ਸਰਾਂ ਦੇ ਬਾਹੀ ਦੇ ਨਾਲ ਜਿਹੜੀ ਬਾਹਰ ਵਾਲੀ ਬਾਹੀ ਆ ਬ੍ਰਹਮਬੂਟਾ ਮਾਰਕੀਟ ਵਾਲੀ ਜੀ ਸਰਾਂ ਦੀ, ਉਹਦੇ ਨਾਲ ਬਿਲਕੁਲ ਬਾਹਰਲੀ ਸੜਕ ਦੇ ਉੱਤੇ ਨਿਊ ਅਕਾਲ ਰੈਸਟ ਹਾਊਸ ਹੁੰਦਾ ਸੀ ਜੀ। ਇਹਨਾਂ ਦੇ ਕੁਝ ਸਿੰਘ ਉੱਥੇ ਸਨ, ਬੱਬਰ ਖਾਲਸਾ ਦੇ, ਕੁਝ ਨਾਨਕ ਨਿਵਾਸ ਤੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਸਨ, ਤੇ ਕੁਝ ਇਹਨਾਂ ਕੋਲੇ ਬਾਬਾ ਅਟਲ ਵਾਲੀ ਸਾਈਡ ਸੀਗੀ ਜੀ। ਸੋ ਟੈਂਕੀ ਨਾਲ ਇਹਨਾਂ ਦਾ ਕੋਈ ਬੱਬਰ ਖਾਲਸਾ ਦਾ ਕੋਈ ਸੰਬੰਧ ਨਹੀਂ ਸੀ, ਉੱਥੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਜੀ। ਤੇ ਜਦੋਂ ਹਮਲਾ ਹੋਇਆ ਤਾਂ ਇੱਕ ਵਾਰ ਸਾਰੇ ਜਣੇ ਉੱਪਰੋਂ ਇਕੱਠੇ ਹੋਏ ਆ, ਜਿਹੜਾ ਪੁਰਾਣਾ ਅਕਾਲ ਰੈਸਟ ਹਾਊਸ ਸੀ ਜਿੱਥੇ ਇਹਨਾਂ ਸਾਰਿਆਂ ਦੀ ਰਿਹਾਇਸ਼ ਹੁੰਦੀ ਸੀ, ਮਹਿਤਾ ਸਾਹਿਬ ਦੀ, ਸੰਧੂ ਸਾਹਿਬ ਦੀ ਜੀ, ਇਹ ਸਾਰੇ ਜਣੇ ਅਸੀਂ ਉੱਥੇ ਠਹਿਰਦੇ ਸੀ। ਤਾਂ ਉੱਥੇ ਇਕੱਠੇ ਹੋਏ ਆ, ਉਸ ਤੋਂ ਬਾਅਦ ਸਾਰੇ ਜਣੇ ਆੜ ਜਿਹੜੀ ਸੀ ਉਹ ਭਾਲਣ ਲਈ ਤੁਰ ਪਿਆ ਕਿ ਕਿੱਥੇ ਕਿੱਥੇ ਆੜ ਮਿਲਦੀ ਆ ਸਾਨੂੰ। ਤਾਂ ਵਿਰਸਾ ਸਿੰਘ ਦੀ ਪਹਿਲਾਂ ਹੀ ਡਿਊਟੀ ਲੱਗੀ ਹੋਈ ਸੀ, ਉਹਨੂੰ ਪਹਿਲਾਂ ਹੀ ਜ਼ਿੰਮੇਵਾਰੀ ਦਿੱਤੀ ਗਈ ਸੀ, ਸੋ ਉਹ ਟੈਂਕੀ ਦੇ ਉੱਤੇ ਗਏ ਆ। ਸੋ ਟੈਂਕੀ ਕਿਉਂਕਿ ਵਿਚਾਲੇ ਉਹਦੀ ਛੱਤ ਉੱਚੀ ਹੁੰਦੀ ਆ ਜੀ ਜੀ ਜੀ। ਇਹਨਾਂ ਨੂੰ ਤਕਰੀਬਨ ਇਹ ਜਦੋਂ ਉੱਪਰ ਸੈਂਟਰ 'ਚੋਂ ਜਾ ਕੇ ਪੌੜੀਆਂ ਉੱਪਰ ਨੂੰ ਇਹ ਖੁੱਲੇ ਦੇ ਵਿੱਚ ਗਏ ਆ, ਤੇ ਤਕਰੀਬਨ ਇਹਨਾਂ ਨੂੰ ਮੋਰਚਿਆਂ ਦੇ ਵਿੱਚੋਂ ਫੌਜ ਨੇ ਨੋਟਿਸ ਕਰ ਲਿਆ ਜੀ। ਜੋ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਬੰਦੇ ਆਏ ਆ ਜੀ, ਤੇ ਉਹਨਾਂ ਨੇ ਤਾਬੜਤੋੜ ਹਮਲਾ ਕੀਤਾ ਟੈਂਕੀ ਦੇ ਉੱਤੇ, ਉਸ ਮੋਰਚੇ ਦੇ ਉੱਤੇ ਜੀ। ਉਹ ਬੋਰੀਆਂ ਵਗੈਰਾ ਜਿਹੜੀਆਂ ਲਾਈਆਂ ਸੀ ਉਹ ਉੱਡਣ ਲੱਗ ਪਈਆਂ ਜੀ। ਇਹ 10-15 ਮਿੰਟ ਉੱਥੇ ਰਹੇ ਆ ਜੀ, ਸ਼ਾਇਦ ਜ਼ਿਆਦਾ ਵੀ ਰਹੇ ਹੋਣ, ਮੈਂ ਹੁਣ ਟਾਈਮ ਤਾਂ ਉਦੋਂ ਨੋਟ ਨਹੀਂ ਕੀਤਾ ਸੀ ਕਿਉਂਕਿ ਇਹ ਤਾਂ ਪਤਾ ਨਹੀਂ ਸੀ ਕਦੇ ਇੰਟਰਵਿਊ ਵੀ ਦੇਣੀ ਪੈਣੀ ਆ ਜੀ। ਪਰ ਇਹਨਾਂ ਨੇ ਜਦੋਂ ਦੇਖਿਆ ਕਿ ਇੱਥੇ ਕੋਈ ਸਾਡੀ ਪੇਸ਼ ਨਹੀਂ ਚੱਲਣੀ, ਕਿਉਂਕਿ ਬਹੁਤ ਉੱਚਾ ਮੋਰਚਾ ਹੋਣ ਕਾਰਨ ਫੌਜ ਦੀ ਨਿਗਾਹ ਦੇ ਵਿੱਚ ਸੀਗਾ ਪਹਿਲਾਂ ਹੀ, ਤਾਂ ਉਹਨਾਂ ਨੇ ਇਹਨਾਂ ਨੂੰ ਉੱਤੇ ਪਹੁੰਚਦੇ ਨੋਟਿਸ ਕਰ ਲਿਆ ਜੀ। ਤਾਂ ਉਹ ਇਹ ਕੁਝ ਸਮੇਂ ਬਾਅਦ ਫਿਰ ਥੱਲੇ ਆਏ ਆ ਜੀ। ਥੱਲੇ ਆ ਕੇ ਇਹਨਾਂ ਨੇ ਦੱਸਿਆ ਕਿ ਉਹ ਉੱਥੇ ਟਿਕੇ ਰਹਿਣ ਦੀ ਕੋਈ ਸੰਭਾਵਨਾ ਹੈ ਨਹੀਂ ਜੀ। ਸੋ ਉਸ ਤੋਂ ਬਾਅਦ ਕੁਝ ਵਿਅਕਤੀ ਜ਼ਰੂਰ ਜਿਹੜੇ ਦਾਅਵੇ ਕਰ ਰਹੇ ਆ, ਜਿਨ੍ਹਾਂ ਦੇ ਜਿਹੜੇ ਕਮਾਂਡਰ ਹੋਣ ਦਾ ਹੀ ਦਾਅਵਾ ਕਰ ਰਹੇ ਆ ਜੀ। ਠੀਕ ਹੈ, ਸਾਰਿਆਂ ਦੀਆਂ ਮਹੱਤਵਾਕਾਂਖਿਆਵਾਂ ਹੁੰਦੀਆਂ ਨੇ, ਅੱਜ ਸਾਰੇ ਇਸ ਦੌਰ ਦੇ ਲੰਘਣ ਉਪਰੰਤ ਸਾਰੇ ਹੀ ਹੁਣ ਕਮਾਂਡਰ ਹੀ ਘਾਉਂਦੇ ਆ ਜੀ ਜੀ ਜੀ। ਤਾਂ ਉਹ ਸਾਰੇ ਹੀ ਦਾਅਵਾ ਕਰੀ ਜਾਂਦੇ ਆ ਕਿ ਸਾਡੇ ਕੋਲ ਕਮਾਂਡ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਹਾਂ, ਉਹ ਸਹਿਯੋਗੀ ਦੇ ਤੌਰ ਦੇ ਉੱਤੇ ਜ਼ਰੂਰ ਉੱਥੇ ਨਾਲ ਹੋਣਗੇ ਜੀ, ਔਰ ਸੀਗੇ ਵੀ। ਔਰ ਉਸ ਤੋਂ ਬਾਅਦ ਜਦੋਂ ਉੱਥੋਂ ਉੱਪਰਲੇ ਮੋਰਚੇ ਤੋਂ ਇਹ ਥੱਲੇ ਉਤਰ ਆਏ ਨੇ ਵਿਰਸਾ ਸਿੰਘ ਤਾਂ ਜੋ ਵੀ ਉਸ ਦੇ ਨਾਲ ਸਨ। ਇਹ ਕਿੰਨੀ ਤਰੀਕ ਦੀ ਗੱਲ ਹੈ? ਇਹ 4 ਤਰੀਕ ਦੀ ਹੀ ਗੱਲ ਹੈ। ਜੀ ਜੀ ਜੀ। ਤਾਂ ਇਹ ਜਦੋਂ ਥੱਲੇ ਆ ਗਏ ਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹੋਰ ਟਿਕਾਣੇ ਲੱਭਣ ਦੀ ਕਿਹਾ ਗਿਆ। ਇਹਨਾਂ ਨੇ ਹੋਰ ਟਿਕਾਣੇ ਭਾਲਣੇ ਸ਼ੁਰੂ ਕੀਤੇ ਆ ਜਿੱਥੇ ਆੜ ਲਈ ਜਾ ਸਕੇ ਤੇ ਫੌਜ ਨੂੰ ਅੱਗੋਂ ਜਵਾਬ ਦਿੱਤਾ ਜਾ ਸਕੇ ਜੀ। ਤਾਂ ਉਸ ਤੋਂ ਬਾਅਦ ਕੁਝ ਸਿੰਘ ਜਿਹੜੇ ਆ ਇਹ ਟੈਂਕੀ ਦੀਆਂ ਪੌੜੀਆਂ ਦੇ ਵਿੱਚੋਂ ਜੀ, ਕਿਉਂਕਿ ਉਹ ਟੈਂਕੀ ਜਿਹੜੀ ਸੀ ਉਹਦੀ ਥੱਲੇ ਤੱਕ 4 ਦੀਵਾਰੀ ਵੀ ਸੀ ਜੀ ਜੀ ਜੀ, ਤੇ ਉਹਦੇ ਵਿੱਚ ਝਰਨੇ ਛੱਡੇ ਹੋਏ ਸੀ ਹਵਾ ਵਾਸਤੇ ਜੀ। ਝਰੋਖੇ ਸਨ, ਉਹ ਝਰੋਖਿਆਂ ਦੇ ਵਿੱਚ ਦੀ ਪੌੜੀਆਂ ਦੇ ਵਿੱਚ ਖੜ ਕੇ ਜੀ ਮੈਂ ਵੀ ਰਿਹਾ ਉੱਥੇ। ਮੈਂ ਇਹਨਾਂ ਨੂੰ ਲੰਗਰ ਛਕਾਉਣ ਵੀ ਗਿਆ ਕੋਈ ਸਿੰਘਾਂ ਨੂੰ ਜੀ। ਤੇ ਇਹਨਾਂ ਦੇ ਵਿੱਚ ਸ਼ਾਇਦ ਇਹ ਸਾਰੇ ਹੀ ਸਨ ਜਿਹੜੇ ਬੰਦਿਆਂ ਨੇ ਦਾਅਵੇ ਕੀਤੇ ਆ ਜੀ, ਚਾਹੇ ਮਨਜੀਤ ਸਿੰਘ ਭੋਮਾ ਹੋਵੇ, ਚਾਹੇ ਕੁਲਜਿੰਦਰ ਸਿੰਘ ਹੋਵੇ ਜੀ, ਚਾਹੇ ਹੋਰ ਕੋਈ ਹੋਵੇ। ਤਾਂ ਇਹਨਾਂ ਨੂੰ ਮੈਂ ਪ੍ਰਸ਼ਾਦੇ ਲੈ ਕੇ ਵੀ ਗਿਆ ਇਹਨਾਂ ਵਾਸਤੇ, ਕਿਉਂਕਿ ਲਾਗਲੇ ਘਰਾਂ 'ਚੋਂ ਲੋਕਾਂ ਨੇ ਪ੍ਰਸ਼ਾਦੇ ਭੇਜੇ ਸਨ ਉੱਥੇ ਜੀ ਦੁਪਹਿਰ ਤੋਂ ਬਾਅਦ। ਤੇ ਇਹ ਸਾਰੇ ਸਿੰਘ ਉੱਥੇ ਇਹ ਸੀਗੇ ਜੀ। ਵਾਰੀ ਨਾਲ ਕੋਈ ਚਲੇ ਜਾਂਦਾ ਹੋਊ, ਕੋਈ ਆ ਜਾਂਦਾ ਹੋਊ, ਪਰ ਇਹ ਜਿਹੜੀ ਕਮਾਂਡ ਸੀਗੀ ਇਹ ਸਾਰੀ ਫੈਡਰੇਸ਼ਨ ਕੋਲ ਸੀ ਜੀ। ਟੈਂਕੀ ਦੇ ਮੋਰਚੇ ਦੀ ਬੱਬਰ ਖਾਲਸਾ ਨਾਲ ਇੱਕ ਤਾਂ ਇਹਨਾਂ ਦਾ ਇਸ ਮੋਰਚੇ ਦਾ ਕੋਈ ਸੰਬੰਧ ਨਹੀਂ ਸੀ ਜੀ। ਇਹ ਤੱਥ ਵੀ ਹੋਣੀ ਗੱਲ ਹੈ ਜਿਹੜੀ ਇੰਨੇ ਸਾਲਾਂ ਤੋਂ ਪ੍ਰਚਾਰੀ ਜਾ ਰਹੀ ਹੈ। ਤੇ ਇਹ ਸਥਿਤੀ ਸੀ ਉਸ ਮੋਰਚੇ ਦੀ। ਤੇ ਇਸ ਤਰ੍ਹਾਂ ਉਹ ਮੋਰਚਾ ਜਿਹੜਾ ਸੀਗਾ ਉਹ ਫੌਜ ਨੇ ਜਿਹੜਾ ਸੀ ਉਹਦੇ ਤੇ ਫੋਕਸ ਕਰਕੇ ਜਿਹੜਾ ਸੀ ਉਸ ਮੋਰਚੇ ਨੂੰ ਜਿਹੜਾ ਤਕਰੀਬਨ ਉਹਨਾਂ ਨੇ ਨਕਾਰਾ ਕਰੀ ਰੱਖਿਆ। ਔਰ ਉਹਨਾਂ ਨੇ 5 ਤਰੀਕ ਨੂੰ ਦੁਪਹਿਰੇ ਕੋਈ 1-1:30 ਵਜੇ ਦੇ ਕਰੀਬ ਉਹਨਾਂ ਨੇ ਉਹ ਟੈਂਕੀ ਦੇ ਵਿੱਚ ਹੀ ਗੋਲਾ ਮਾਰ ਕੇ ਸਾਰਾ ਜਿਹੜਾ ਪਾਣੀ ਵੀ ਸੀ ਉੱਥੋਂ ਉਹ ਵੀ ਕੱਢ ਦਿੱਤਾ। ਉੱਥੇ 2 ਬੀਬੀਆਂ ਦਾ ਵੀ ਜ਼ਿਕਰ ਆਉਂਦਾ ਆ ਟੈਂਕੀ ਦੇ ਉੱਪਰ, ਉਹਦੇ ਵਿੱਚ ਕਿੰਨੀ ਕੁ ਸੱਚਾਈ ਆ? ਬੀਬੀ ਉਪਕਾਰ ਕੌਰ ਜੀ ਤੇ ਇੱਕ ਉਹਨਾਂ ਦੇ ਨਾਲ ਹੋਰ ਸੀ ਬੀਬੀ? ਨਹੀਂ, ਉਹ ਬਿਲਕੁਲ ਨਿਰਾਧਾਰ ਗੱਲ ਹੈ ਜੀ। ਬੀਬੀ ਉਪਕਾਰ ਕੌਰ ਜੀ, ਕਿਸੇ ਬੀਬੀ ਨੂੰ ਕਿਸੇ ਮੋਰਚੇ ਦੇ ਵਿੱਚ ਨਹੀਂ ਸੀ ਭੇਜਿਆ ਗਿਆ, ਬਲਕਿ ਸੰਤਾਂ ਵੱਲੋਂ ਔਰ ਸਾਰਿਆਂ ਦੀ ਰਾਏ ਸੀ ਕਿ ਬੀਬੀਆਂ ਨੂੰ ਤੇ ਬੱਚਿਆਂ ਨੂੰ ਜਿਹੜਾ ਕੰਪਲੈਕਸ ਤੋਂ ਬਾਹਰ ਭੇਜ ਦਿੱਤਾ ਜਾਵੇ ਜੀ। ਬੀਬੀ ਉਪਕਾਰ ਕੌਰ ਬੜੇ ਕਮਿਟਡ ਸਨ ਜੀ, ਬੜੇ ਉਹ ਸ਼ਰਧਾਵਾਨ ਗੁਰਸਿੱਖ ਲੜਕੀ ਸੀ ਜੀ, ਤਾਂ ਸਾਡੀ ਭੈਣਾਂ ਵਾਂਗ ਸੀ ਉਹ। ਤੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਧਰਮ ਪਤਨੀ ਸਨ, ਕਿਉਂਕਿ 1 ਮਹੀਨਾ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਸੀ, 6 ਮਈ ਨੂੰ ਵਿਆਹ ਹੋਇਆ ਸੀ ਜੀ ਜੀ ਜੀ। ਤਾਂ ਇਹਨਾਂ ਨੂੰ ਵੀ ਬਾਕੀ ਪਰਿਵਾਰਾਂ ਦੇ ਨਾਲ ਬਾਹਰ ਭੇਜ ਦਿੱਤਾ ਗਿਆ ਸੀ। ਠੀਕ ਹੈ ਜੀ। ਸੋ ਇਹ ਬਾਅਦ ਦੇ ਵਿੱਚ ਉੱਥੇ ਸ਼ਹੀਦ ਹੋ ਗਿਆ। ਉੱਥੇ ਜਦੋਂ ਫੌਜ ਆਈ ਆ ਤਾਂ
ਉੱਥੇ ਘਟਨਾ ਵਾਪਰੀ ਜਿੱਥੇ ਇਹਨਾਂ ਨੂੰ ਫੌਜ ਨੇ ਇਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਕਿੱਥੇ ਦੀ ਗੱਲ ਹੈ ਬੀਬੀਆਂ ਦੀ ਜਿੱਥੇ ਸ਼ਹੀਦ ਹੋਈਆਂ ਨੇ? ਇਹ ਬਾਬਾ ਅਟਲ ਦੇ ਲਾਗੇ ਜੀ, ਭਾਈ ਹਰਮਿੰਦਰ ਸਿੰਘ ਜਿਹੜਾ ਗਿੱਲ ਹੈ ਹੁਣ MLA ਪੱਟੀ, ਜੀ ਜੀ ਜੀ, ਇਹ ਉਹਨਾਂ ਦੀ ਰਿਹਾਇਸ਼ ਹੁੰਦੀ ਸੀ ਕਿਉਂਕਿ ਉਹਨਾਂ ਦੇ ਫਾਦਰ ਸੀ ਜਿਹੜੇ ਉਹ ਗਿਆਨੀ ਦਲੀਪ ਸਿੰਘ, ਉਹ ਕਥਾਵਾਚਕ ਸੀਗੇ। ਤਾਂ ਉਹਨਾਂ ਨੂੰ ਉੱਥੇ ਸ਼੍ਰੋਮਣੀ ਕਮੇਟੀ ਦੀ ਰਿਹਾਇਸ਼ ਮਿਲੀ ਹੋਈ ਸੀ, ਕੁਆਟਰ ਸੀਗਾ ਉਹਨਾਂ ਦਾ। ਜੀ ਜੀ ਜੀ। ਤਾਂ ਇਹ ਇਧਰੋਂ ਸਰਾਂ ਵਾਲੇ ਪਾਸਿਓਂ ਸਾਰਿਆਂ ਦੀਆਂ ਜਿਹੜੀਆਂ ਪਰਿਵਾਰ ਸਨ, ਜਿਹਦੇ 'ਚ ਭਾਈ ਰਜਿੰਦਰ ਸਿੰਘ ਮਹਿਤਾ ਦੇ ਧਰਮ ਸੁਪਤਨੀ ਸਨ ਜੀ, ਜਾਂ ਬਾਕੀ ਹੋਰ ਲੇਡੀਜ਼ ਜਿਹੜੀਆਂ ਵੀ ਸਨ, ਉਹਨਾਂ ਸਾਰਿਆਂ ਨੂੰ ਇਹਨਾਂ ਦੇ ਘਰ ਭੇਜਿਆ ਗਿਆ ਹਰਮਿੰਦਰ ਸਿੰਘ ਗਿੱਲ ਦੇ। ਜੀ ਜੀ ਜੀ। ਸੋ ਉੱਥੋਂ ਬਾਕੀ ਸਾਰੇ ਤਾਂ ਅੱਗੇ ਚਲੇ ਗਏ, ਪਰ ਇਹ ਦੋਨੋਂ ਜਾਣੀਆਂ ਜਾਣ ਲਈ ਨਹੀਂ ਮੰਨੀਆਂ ਜੀ। ਤਾਂ ਇਹ ਬਾਅਦ ਦੇ ਵਿੱਚ ਉੱਥੇ ਇਹਨਾਂ ਨੂੰ ਜਿਹੜਾ ਸੀ ਫੌਜ ਨੇ ਸ਼ਹੀਦ ਕੀਤਾ ਜੀ। ਸੋ ਇਹ ਸੁਣਨ 'ਚ ਆਇਆ ਕਿ ਬੀਬੀ ਅਵਤਾਰ ਕੌਰ ਨੇ ਰਿਵਾਲਵਰ ਕੱਢਿਆ, ਇੱਥੋਂ ਜਾਂਦਿਆਂ ਹੋਇਆਂ ਕਿਤੇ ਰਿਵਾਲਵਰ ਬੈਗ 'ਚ ਪਾ ਕੇ ਲੈ ਗਈ ਸੀ ਜੀ। ਤਾਂ ਇਹਨਾਂ ਨੇ ਜਦੋਂ ਦੇਖਿਆ ਕਿ ਫੌਜ ਆਈ ਹੈ ਤਾਂ ਫੌਜ ਨੇ ਇਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਆ, ਜਾਂ ਜੋ ਵੀ ਉੱਥੇ ਹੋਇਆ, ਦੇਖੋ 100% ਤਾਂ ਉੱਥੇ ਕੋਈ ਚਸ਼ਮਦੀਦ ਗਵਾਹ ਹੈ ਨਹੀਂ ਜੀ, ਪਰ ਜੋ ਵੀ ਹੋਇਆ ਇੰਨਾ ਜ਼ਰੂਰ ਆ ਕਿ ਉਹਨਾਂ ਨੇ ਅੱਗੋਂ ਰਿਵਾਲਵਰ ਕੱਢਿਆ, ਜਦੋਂ ਉੱਤੇ ਗੋਲੀ ਚਲਾਈ ਆ ਜੀ ਜਾਂ ਚਲਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਉਹਨਾਂ ਨੇ ਅੱਗੋਂ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਤਾ ਜੀ। ਇੱਕ ਉੱਥੇ ਹੋਰ ਗੱਲ ਆਉਂਦੀ ਬੱਬਰ ਖਾਲਸਾ ਵਾਲੇ ਵੀ, ਜਿਨ੍ਹਾਂ ਦੇ ਬਾਰੇ ਬੜੇ ਦਾਅਵੇ ਕੀਤੇ ਜਾਂਦੇ ਆ ਕਿ ਉਹਨਾਂ ਨੇ ਬੜਾ ਉੱਥੇ ਮਤਲਬ ਟੱਕਰ ਲਈ ਆਰਮੀ ਦੇ ਨਾਲ, ਵੀ ਉਹਦਾ ਸੰਤਾਂ ਨੂੰ ਵੀ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਨੇ ਇਸ ਹੱਦ ਤੱਕ ਸੰਘਰਸ਼ ਨਹੀਂ ਕੀਤਾ ਜਿੰਨਾ ਬੱਬਰ ਖਾਲਸਾ ਵਾਲਿਆਂ ਨੇ ਕੀਤਾ। ਇਹਦੇ ਵਿੱਚ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ? ਦੇਖੋ, ਇਹਦੇ ਤੇ ਟਿੱਪਣੀ ਕਰਨੀ ਕੋਈ ਵਾਜਬ ਨਹੀਂ, ਪਰ ਇਹ ਸਾਰੀ ਦੁਨੀਆ ਜਾਣਦੀ ਹੈ ਜੀ ਕਿ ਕਿਹਨੇ ਮੁਕਾਬਲਾ ਕੀਤਾ ਤੇ ਕੌਣ ਉੱਥੋਂ ਨਿਕਲ ਗਿਆ ਜੀ। ਕਿਉਂਕਿ ਮੁਕਾਬਲਾ ਤਾਂ ਹੋਇਆ ਜ਼ਿਆਦਾ ਜਿਹੜਾ ਸੀਗਾ ਅਕਾਲ ਤਖਤ ਦੇ ਆਲੇ ਦੁਆਲੇ, ਤੇ ਦੋਨੇ ਜਿਹੜੀਆਂ ਦਰਸ਼ਨੀ ਡਿਊੜੀਆਂ ਨੇ ਜੀ, ਉੱਥੋਂ ਲੈ ਕੇ ਦੋਨੋਂ ਪਾਸਿਆਂ ਤੋਂ ਹੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਵਿਹੜਾ ਹੈ ਉੱਥੋਂ ਤੱਕ ਜ਼ਿਆਦਾ ਮੁਕਾਬਲਾ ਹੋਇਆ ਜੀ ਜੀ ਜੀ। ਕਿਉਂਕਿ ਫੌਜ ਦਾ ਸਾਰਾ ਦਾਰੋ-ਮਦਾਰ ਵੀ ਫੋਕਸ ਵੀ ਉੱਧਰ ਹੀ ਸੀਗਾ ਕਿ ਉਹਨਾਂ ਨੇ ਅਟੈਕ ਵੀ ਉੱਥੇ ਹੀ ਕਰਨਾ ਸੀ ਜ਼ਿਆਦਾ ਜੀ। ਆਖਰਕਾਰ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਉੱਥੇ ਸੀ ਜੀ, ਤਾਂ ਉੱਥੇ ਹੀ ਜ਼ਿਆਦਾ ਮੁਕਾਬਲਾ ਹੋਇਆ। ਸੋ ਬਾਕੀ ਦਾਵਾ ਕੋਈ ਜੋ ਮਰਜ਼ੀ ਕਰੀ ਜਾਵੇ ਤੇ ਜਿਸ ਤਰ੍ਹਾਂ ਮਰਜ਼ੀ ਕਹੀ ਜਾਵੇ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਤੁਹਾਡੀ ਜਿਹੜੀ ਗ੍ਰਿਫਤਾਰੀ ਹੋਈ ਹੈ ਭਾਈ ਹਰਮਿੰਦਰ ਸਿੰਘ ਸੰਧੂ ਨਾਲ, ਉਹ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਹੈ ਔਰ ਕਿੱਥੇ ਸੀ ਉਦੋਂ ਤੁਸੀਂ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ? ਅਸੀਂ ਜੀ ਕਿਉਂਕਿ ਕੋਈ ਟਿਕਾਣਾ ਨਹੀਂ ਸੀ ਰਹਿ ਗਿਆ। 5 ਤਰੀਕ ਨੂੰ ਜਦੋਂ ਰਾਤ ਪੈਣੀ ਸ਼ੁਰੂ ਹੋ ਗਈ ਆ, ਤਾਂ ਕਿਉਂਕਿ ਬਿਜਲੀ ਵੀ ਗੁੱਲ ਹੋ ਗਈ ਸੀ 5 ਤਰੀਕ ਨੂੰ, ਜਿਵੇਂ ਟੈਂਕੀ ਦੇ ਵਿੱਚ ਗੋਲਾ ਮਾਰ ਕੇ ਪਾਣੀ ਸਾਰਾ ਜਿਹੜਾ ਉਹ ਪਾਣੀ ਦੀ ਸਪਲਾਈ ਖਤਮ ਹੋ ਗਈ ਜੀ। ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਇੰਟਰਨਲ ਜਨਰੇਟਰ ਰੂਮ ਸੀਗਾ ਉੱਥੇ ਵੀ ਅੱਗ ਵਗੈਰਾ ਲੱਗ ਗਈ, ਸ਼ਾਇਦ ਕੋਈ ਉੱਥੇ ਗੋਲਾ ਡਿੱਗਿਆ ਆ ਕੇ ਜੀ, ਤਾਂ ਇੰਟਰਨਲ ਸਪਲਾਈ ਜਿਹੜੀ ਬਿਜਲੀ ਦੀ ਸੀ ਉਹ ਵੀ ਬੰਦ ਹੋ ਗਈ ਜੀ। ਆਮ ਤੌਰ ਤੇ ਇਹ ਹੁੰਦਾ ਸੀ ਕਿ ਜਦੋਂ ਬਾਹਰਲੀ ਬਿਜਲੀ ਦੀ ਸਪਲਾਈ ਕੱਟ ਹੁੰਦੀ ਸੀ ਤਾਂ ਉੱਥੇ ਅੰਦਰ ਜਨਰੇਟਰ ਸਿਸਟਮ ਬਹੁਤ ਵੱਡਾ ਸੀਗਾ, ਜਿਹੜਾ ਸਰਾਂ ਦੇ ਤੇ ਨਿਊ ਅਕਾਲ ਰੈਸਟ ਹਾਊਸ ਦੇ ਵਿਚਾਲੇ ਸੀ ਜੀ ਜੀ। ਸਰਾਂ ਦੀ ਬਾਹੀ ਤੇ ਨਿਊ ਅਕਾਲ ਰੈਸਟ ਹਾਊਸ ਦੇ ਨਾਲ ਇਹ ਸੀਗਾ ਜਨਰੇਟਰ ਰੂਮ, ਤੇ ਸਾਰੇ ਕੰਪਲੈਕਸ ਨੂੰ ਬਿਜਲੀ ਸਪਲਾਈ ਹੁੰਦੀ ਸੀ ਜੀ ਜੀ ਜੀ। ਉਹ ਵੀ ਕੱਟੀ ਜਾ ਚੁੱਕੀ ਸੀ, ਉਹ ਸਾਰਾ ਜਿਹੜਾ ਸਿਸਟਮ ਸੀ ਨਕਾਰਾ ਹੋ ਚੁੱਕਾ ਸੀ। ਤਾਂ ਉਹ ਜਦੋਂ ਰਾਤ ਢਲਣੀ ਸ਼ੁਰੂ ਹੋ ਗਈ ਤਾਂ ਫਿਰ ਹੱਥ ਨੂੰ ਹੱਥ ਵੀ ਨਹੀਂ ਸੀ ਦਿਸ ਰਿਹਾ ਜੀ ਜੀ ਜੀ। ਥੋੜੀ ਬਹੁਤ ਲੋ ਸੀ ਜੀ। ਸੋ ਉਹਦੇ ਦਰਮਿਆਨ ਕੋਈ ਮੋਰਚਾ ਨਹੀਂ ਸੀ ਰਹਿ ਗਿਆ ਜੀ, ਕਿਤੇ ਕੋਈ ਆੜ ਲੈਣ ਨੂੰ ਜਗ੍ਹਾ ਨਹੀਂ ਸੀ ਰਹਿ ਗਈ। ਤਕਰੀਬਨ ਸਾਰੀਆਂ ਉੱਚੀਆਂ ਥਾਵਾਂ ਦੇ ਉੱਤੇ ਜਿੰਨੇ ਵੀ ਮੋਰਚੇ ਸੀਗੇ, ਜਿੱਥੇ ਵੀ ਕੋਈ ਸਰਾਖ ਮਘੋਰਾ ਉਹਨਾਂ ਨੂੰ ਨਜ਼ਰ ਆਉਂਦਾ ਸੀ, ਉੱਥੇ ਸਿੱਧਾ ਗੋਲਾ ਫੌਜ ਦੀ ਤੋਪ ਦਾ ਆਣ ਕੇ ਵੱਜਦਾ ਸੀ ਜੀ। 5 ਤਰੀਕ ਨੂੰ ਦਿਨੇ ਜਦੋਂ ਕਾਫੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਕਿਤੇ ਵੀ ਆੜ ਲੈਣ ਨੂੰ ਜਗ੍ਹਾ ਨਹੀਂ ਸੀ ਜੀ, ਤਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਗੁਰੂ ਰਾਮਦਾਸ ਸਰਾਂ ਦਾ ਗੇਟ ਹੈ ਜੀ ਜੀ ਜੀ, ਉਹਦੇ ਉੱਪਰ ਜਿਹੜੀ ਮਮਟੀ ਉਹ ਕਮਰੇ ਦੇ ਰੂਪ 'ਚ ਹੈ, ਅੱਜ ਵੀ ਸ਼ਾਇਦ ਉਸੇ ਤਰ੍ਹਾਂ ਹੀ ਆ ਉਹ। ਤਾਂ ਅਸੀਂ ਸਾਰੇ ਜਾਣੇ ਉਹ ਟਿਕਾਣੇ ਨੂੰ ਸੁਰੱਖਿਅਤ ਸਮਝ ਕੇ ਉੱਥੇ ਗਏ ਜੀ। ਜਦੋਂ ਹੀ ਉੱਥੇ ਜਾ ਕੇ ਟਿਕੇ ਤਾਂ ਉੱਥੇ ਇੱਕਦਮ ਆਣ ਕੇ ਗੋਲਾ ਵੱਜਿਆ ਜੀ। ਉਹ ਗੋਲੇ ਦੇ ਨਾਲ ਕੁਝ ਇੱਟਾਂ ਵੀ ਉਖੜੀਆਂ। ਵਿਰਸਾ ਸਿੰਘ ਦੇ ਸਿਰ ਦੇ ਵਿੱਚ ਵੀ ਸ਼ਾਇਦ ਥੋੜੀ ਜਿਹੀ ਕੰਕਰ ਵੱਜੀ ਸੀ ਇੱਟ ਦੀ ਜੀ, ਤੇ ਥੋੜਾ ਜਿਹਾ ਸ਼ਾਇਦ ਖੂਨ ਵੀ ਨਿਕਲਿਆ ਸੀ। ਸੋ ਇਸ ਤਰ੍ਹਾਂ ਦੇ ਹਾਲਾਤ ਸਨ। 5 ਤਰੀਕ ਨੂੰ ਸ਼ਾਮ ਨੂੰ ਜਦੋਂ ਉੱਥੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਜੀ, ਤਾਂ ਇਸ ਗੱਲ ਦੇ ਉੱਤੇ ਵਿਚਾਰ ਸ਼ਾਮ ਨੂੰ ਹੀ ਹੋਣ ਲੱਗ ਗਈ ਸੀ, ਦੁਪਹਿਰ ਤੋਂ ਹੀ ਚੱਲ ਰਹੀ ਸੀ ਬਲਕਿ ਜੀ। ਤੇ ਸੰਤਾਂ ਦੇ ਨਾਲ ਇੱਕ ਚਿੱਠੀ ਦਾ ਆਦਾਨ ਪ੍ਰਦਾਨ ਵੀ ਹੋਇਆ ਜੀ। ਤੇ ਭਾਈ ਹਰਮਿੰਦਰ ਸਿੰਘ ਸੰਧੂ ਹੋਰੀ ਇਹ ਸਾਰੇ ਜਣੇ ਸਲਾਹ ਕਰ ਰਹੇ ਸਨ ਕਿ ਆਪਾਂ ਸੰਤਾਂ ਕੋਲੇ ਪਹੁੰਚੀਏ, ਪਰ ਸੰਤਾਂ ਨੇ ਫੋਨ ਦੇ ਉੱਤੇ ਜਿੰਨੀ ਦੇਰ ਗੱਲ ਹੁੰਦੀ ਰਹੀ ਉਹ ਮਨਾ ਕਰਦੇ ਰਹੇ ਜੀ। ਫਿਰ ਇਹਨਾਂ ਨੇ ਫੋਨ ਸੰਪਰਕ ਟੁੱਟਣ ਤੋਂ ਬਾਅਦ ਚਿੱਠੀ ਭੇਜੀ ਇੱਕ, ਉਹ 2 ਜਣੇ ਚਿੱਠੀ ਲੈ ਕੇ ਗਏ ਸੀ, ਉਹਨਾਂ 'ਚੋਂ ਇੱਕ ਜਣਾ ਰਾਹ 'ਚ ਹੀ ਸ਼ਹੀਦ ਹੋ ਗਿਆ। ਪਰ ਉਹ ਚਿੱਠੀ ਦਾ ਜਵਾਬ ਭਾਈ ਅਮਰੀਕ ਸਿੰਘ ਹੋਰਾਂ ਦੇ ਹੱਥ ਨਾਲ ਲਿਖੀ ਹੋਈ ਚਿੱਠੀ ਸੀ, ਸੰਤਾਂ ਨੇ ਲਿਖਵਾਈ, ਦਸਤਖਤ ਕੀਤੇ ਸੰਤਾਂ ਨੇ ਉਹਦੇ ਤੇ। ਉਹ ਵਾਪਸ ਆਏ, ਉਹਨਾਂ ਨੇ ਫਿਰ ਇਸ ਗੱਲ ਤੋਂ ਹੋੜਿਆ ਹੀ ਸੀ ਕਿ ਤੁਸੀਂ ਜਿੱਥੇ ਹੈਗੇ ਹੋ ਇੱਥੇ ਹੀ ਰਹੋ, ਇੱਥੇ ਹੀ ਜੋ ਕੁਝ ਹੋ ਸਕਦਾ ਕਰਨਾ। ਸੋ ਉਸ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਆਪਾਂ ਹੁਣ ਕੋਈ ਸੁਰੱਖਿਅਤ ਥਾਂ ਲੱਭੀਏ ਜੀ, ਕਿਉਂਕਿ ਉੱਥੇ ਸੰਗਤ ਬਹੁਤ ਜ਼ਿਆਦਾ ਸੀ
ਵਿੱਚ ਕੌਣ ਸਰਕਾਰੀ ਬੰਦੇ ਵੀ ਆ, ਕੋਈ ਇੰਟੈਲੀਜੈਂਸ ਦਾ ਬੰਦਾ ਵੀ ਆ, ਕਿਸੇ ਨੂੰ ਕੁਝ ਪਤਾ ਨਹੀਂ ਔਰ ਕੋਈ ਵੀ ਕਿਸੇ ਨੂੰ ਉੱਥੇ ਨੁਕਸਾਨ ਪਹੁੰਚਾ ਸਕਦਾ ਸੀ ਜੀ, ਕਿਉਂਕਿ ਜਿੱਥੇ ਜ਼ਿਆਦਾ ਭੀੜ ਹੋਵੇ ਉੱਥੇ ਕੁਝ ਪਤਾ ਨਹੀਂ ਲੱਗਦਾ ਜੀ। ਸੋ ਇਹ ਕੋਈ ਸੁਰੱਖਿਅਤ ਟਿਕਾਣੇ ਦੀ ਭਾਲ ਦੇ ਵਿੱਚ ਭਾਈ ਰਜਿੰਦਰ ਸਿੰਘ ਮਹਿਤਾ ਨੇ ਜੀ ਜਿਹੜੇ ਸਰਾਂ ਦੇ ਸਮੁੰਦਰੀ ਹਾਲ ਵਾਲੀ ਬਾਹੀ ਹੈ ਜੀ ਜੀ ਉਸ ਦੇ ਜਿਹੜੇ ਅੰਦਰ ਵਿਹੜੇ ਵਾਲੇ ਪਾਸੇ ਕਮਰੇ ਆ ਤੇ ਉਧਰ ਜਿਹੜੇ ਬੈਕ ਵਾਲੇ ਪਾਸੇ ਕਮਰੇ ਸਮੁੰਦਰੀ ਹਾਲ ਦੇ ਨਾਲ ਜੀ, ਜਿਹਨੂੰ ਸ਼ਾਇਦ ਕੋਈ ਲੰਗਰ ਵੀ ਕਹਿੰਦੇ ਨੇ, ਪਤਾ ਨਹੀਂ ਉਹਨੂੰ ਕਿਹੜਾ ਲੰਗਰ ਕਹਿੰਦੇ ਆ, ਉੱਥੇ ਉਦੋਂ ਲੰਗਰ ਚੱਲਦਾ ਹੁੰਦਾ ਸੀ ਇੱਕ ਛੋਟਾ ਜਿਹਾ। ਜੀ ਜੀ ਤਾਂ ਉਹਦੇ ਵਿਚਾਲੇ ਉਹ ਕਮਰਿਆਂ ਦੀ ਆਪਸ 'ਚ ਬੈਕ ਲੱਗਦੀ ਸੀ ਜੀ, ਤੇ ਬਰਾਂਡੇ ਵਾਲੀ ਸਾਈਡ ਤੋਂ ਜਾਇਆ ਨਹੀਂ ਸੀ ਜਾ ਸਕਦਾ ਜੀ, ਕਿਉਂਕਿ ਉਧਰ ਓਪਨ ਫਾਇਰ ਆਉਂਦਾ ਸੀ। ਸੋ ਉਧਰ ਕੰਧ ਤੁੜਵਾਈ ਭਾਈ ਰਜਿੰਦਰ ਸਿੰਘ ਮਹਿਤਾ ਨੇ। ਠੀਕ ਹੈ ਜੀ। ਕੰਧ ਤੁੜਵਾ ਕੇ ਤੇ ਅਸੀਂ ਪਿਛਲੀ ਸਾਈਡ ਦੇ ਉੱਤੇ ਜਾ ਕੇ ਜਿਹੜੇ ਸਮੁੰਦਰੀ ਹਾਲ ਦੇ ਨਾਲ ਵਾਲੇ ਕਮਰੇ ਸਨ ਜੀ, ਉੱਥੇ ਅਸੀਂ ਕਮਰੇ ਦੇਖਣ ਲੱਗੇ ਤੇ ਤਕਰੀਬਨ ਕਮਰੇ ਉੱਥੇ ਬੰਦ ਪਏ ਸਨ ਜਾਂ ਆਕੂਪਾਈਡ ਸਨ। ਸੰਗਤ ਕਿਉਂਕਿ ਬਹੁਤ ਜ਼ਿਆਦਾ ਸੀ, ਜਿਹਨੂੰ ਜਿੱਥੇ ਟਿਕਾਣਾ ਮਿਲਿਆ ਉੱਥੇ ਘੁਸੜਿਆ ਹੋਇਆ ਸੀ ਜੀ। ਇੱਕ ਕਮਰੇ ਨੂੰ ਬਾਹਰੋਂ ਜਿੰਦਰਾ ਲੱਗਾ ਹੋਇਆ ਸੀ ਜੀ, ਤੇ ਭਾਈ ਰਜਿੰਦਰ ਸਿੰਘ ਮਹਿਤਾ ਇਹਨਾਂ ਨੇ ਸੰਧੂ ਹੋਰਾਂ ਨੂੰ ਇਹਨਾਂ ਨੂੰ ਕਿਹਾ, ਕਹਿੰਦੇ ਆਹ ਖੋਲ ਲਈਏ ਜੀ। ਭਾਈ ਰਜਿੰਦਰ ਸਿੰਘ ਮਹਿਤਾ ਨੇ ਉਹਨੂੰ 2-3 ਲੱਤਾਂ ਮਾਰੀਆਂ ਕਿਉਂਕਿ ਉਹ ਲੱਕੜ ਵੀ ਕੋਈ ਏਡੀ ਪੁਰਾਣੀ ਨਹੀਂ ਸੀ, ਬਹੁਤ ਜ਼ਿਆਦਾ ਮਜ਼ਬੂਤ ਨਹੀਂ ਸੀ, ਪੁਰਾਣੀ ਲੱਕੜ ਸੀ ਤੇ ਜੀ 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 ਜਿਹੜਾ ਉਹ ਜਿੰਦਰੇ ਵੀ ਦੂਸਰੇ ਹੁੰਦੇ ਸੀਗੇ ਅਰਲ ਵਾਲੇ, ਜਿਹਨੂੰ ਆਪਾਂ ਪੁਰਾਣੇ ਜਿੰਦਰੇ ਜਿਸ ਤਰ੍ਹਾਂ ਹੁੰਦੇ। ਜੀ ਜੀ ਜੀ। ਸੋ ਉਸ ਤਰ੍ਹਾਂ ਇਹਨਾਂ ਨੇ ਜਦੋਂ 2-3 ਵਾਰ ਲੱਤ ਨਾਲ ਉਹਨੂੰ ਧੱਕਾ ਮਾਰਿਆ 4 ਵਾਰ, ਤਾਂ ਉਹ ਜਿੰਦਰਾ ਜਿਹੜਾ ਸੀ ਉਹਦੇ ਪੇਚ ਜਿਹੜੇ ਸੀਗੇ ਅਰਲ ਦੇ, ਉਹ ਅਰਲ ਦੇ ਪੇਚ ਪੁੱਟੇ ਗਏ ਉੱਥੋਂ। ਉਹ ਅਰਲ ਦੇ ਪੇਚ ਪੁੱਟੇ ਗਏ ਤੇ ਬੂਹਾ ਖੁੱਲ੍ਹ ਗਿਆ ਜੀ। ਅੰਦਰ ਵੜ ਕੇ ਜਦੋਂ ਅਸੀਂ ਉਹਨੂੰ ਦਰਵਾਜ਼ੇ ਨੂੰ ਅਸਲ 'ਚ ਬੰਦ ਕਰਦੇ ਸੀਗੇ ਤੇ ਉਹ ਬਾਹਰੋਂ ਫਿਰ ਅਰਲ ਜਾ ਕੇ ਆਪਣੇ ਟਿਕਾਣੇ ਤੇ ਟਿਕ ਜਾਂਦਾ ਸੀਗਾ ਤੇ ਉਹ ਬਾਹਰੋਂ ਇੰਜ ਲੱਗਦਾ ਸੀ ਕਿ ਕਮਰਾ ਬੰਦ ਹੈ ਬਾਹਰੋਂ। ਜੀ ਜੀ ਜੀ। ਸੋ ਇਸ ਤਰੀਕੇ ਨਾਲ ਅਸੀਂ ਉੱਥੇ ਸਾਡਾ ਬਚਾਅ ਵੀ ਇਸ ਕਰਕੇ ਹੋ ਗਿਆ ਜੀ, ਕਿਉਂਕਿ ਤਕਰੀਬਨ ਫੌਜ ਨੇ ਸਾਰੇ ਰੋਸ਼ਨਦਾਨਾਂ ਥਣੀ ਤਕਰੀਬਨ ਬੰਦ ਕਮਰਿਆਂ ਦੇ ਅੰਦਰ ਜੀ, ਜਿਹੜਾ ਵੀ ਕਮਰਾ ਬਾਹਰੋਂ ਖੁੱਲ੍ਹਾ ਸੀਗਾ ਤੇ ਅੰਦਰੋਂ ਕੁੰਡੀ ਲੱਗੀ ਸੀ, ਉਹਨਾਂ ਨੇ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਅੰਦਰ ਗ੍ਰਨੇਡ ਸੁੱਟੇ ਆ ਬਹੁਤ ਸਾਰੇ ਕਮਰਿਆਂ 'ਚ। ਜੀ ਜੀ ਜੀ। ਤਾਂ ਕੋਈ ਬਿਰਲਾ ਟਾਵਾਂ ਵੈਸੇ ਰਹਿ ਗਿਆ ਹੋਵੇ, ਪਰ ਉਹਨਾਂ ਨੇ ਤਕਰੀਬਨ ਹਰ ਕਮਰੇ ਦੇ ਵਿੱਚ ਗ੍ਰਨੇਡ ਸੁੱਟੇ ਆ ਜੀ। ਸੋ ਸਾਡੇ ਲਈ ਵੀ ਬੜੀ ਹੈਰਾਨੀ ਦੀ ਗੱਲ ਸੀ ਕਿ ਸਾਡੇ ਕਮਰੇ 'ਚ ਗ੍ਰਨੇਡ ਦੀ ਸੁੱਟਿਆ। ਸੋ ਇਸ ਕਮਰੇ ਦੇ ਵਿੱਚ ਟਿਕਾਣਾ ਕਰਦਿਆਂ ਹੀ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ 2 ਜੱਥੇ ਬਣਾਏ, ਕਿਉਂਕਿ ਜਿਹੜੀ ਪਾਣੀ ਵਾਲੀ ਟੈਂਕੀ ਦੇ ਨਾਲ ਇੱਕ ਬਹੁਤ ਵੱਡਾ ਗੇਟ ਸੀ ਜਿਹੜਾ ਪਿਛਲੇ ਬਾਜ਼ਾਰ ਦੇ ਵਿੱਚ ਤੇ ਪਿਛਲੀ ਰਿਹਾਇਸ਼ੀ ਗਲੀ ਵਿੱਚ ਖੁੱਲ੍ਹਦਾ ਸੀ। ਉੱਥੋਂ ਫੌਜ ਦੀ ਐਂਟਰੀ ਦੀ ਬਹੁਤ ਵੱਡੀ ਤਾਦਾਦ ਦੇ ਵਿੱਚ ਐਂਟਰੀ ਦੀ ਸੰਭਾਵਨਾ ਸੀ। ਸੋ ਇਸ ਖਦਸ਼ੇ ਦੇ ਸਨਮੁਖ ਸੰਧੂ ਸਾਹਿਬ ਨੇ ਇਹਨਾਂ 2 ਜੱਥਿਆਂ ਵਿਰਸਾ ਸਿੰਘ ਦੀ ਅਗਵਾਈ ਜੋ ਜੱਥੇ 2 ਬਣਾਏ 3-3 4-4 ਮੈਂਬਰਾਂ ਦੇ, ਤੇ ਇਹਨਾਂ ਨੂੰ ਕਿਹਾ ਕਿ ਉੱਥੇ ਜਾ ਕੇ ਜਿਹੜਾ ਫੌਜ ਨੂੰ ਦੀ ਹਲਚਲ ਬਾਹਰ ਜਦੋਂ ਕੋਈ ਸੁਣਾਈ ਦੇਵੇ ਤਾਂ ਉਹ ਉੱਥੇ ਆਪਣੀ ਕਾਰਵਾਈ ਕਰਨ। ਸੋ 2-2 ਵਾਰ ਇਹ ਜੱਥੇ ਜਾ ਕੇ ਆਏ, ਵਾਰੀ-ਵਾਰੀ ਜਾਣ ਲਈ ਇਹਨਾਂ ਨੂੰ ਹਦਾਇਤ ਕੀਤੀ ਗਈ ਸੀ ਤਾਂ ਕਿ ਵਾਪਸ ਆ ਕੇ ਰਿਪੋਰਟ ਵੀ ਕਰਦੇ ਰਹਿਣ, ਕਿਉਂਕਿ ਜਿਹੜੀ ਸਰਾਂ ਵਾਲੀ ਸੜਕ ਵਾਲੀ ਬਾਹੀ ਸੀ ਉਸ ਉੱਧਰਲੇ ਪਾਸੇ ਤਾਂ ਕੋਈ ਓਟ ਹੈ ਹੀ ਨਹੀਂ ਸੀ, ਤੇ ਉੱਧਰੋਂ ਹੋਰ ਪਾਸਿਓਂ ਵੀ ਜੇ ਫੌਜ ਐਂਟਰ ਨੇ ਉੱਥੋਂ ਕਰਨੀ ਸੀ ਤਾਂ ਉੱਧਰੋਂ ਹੋਰ ਬਹੁਤ ਸਾਰੇ ਮੋਰਚੇ ਸਨ ਜਿਨ੍ਹਾਂ ਦੀ ਮਾਰ ਹੇਠ ਆ ਸਕਦੀ ਸੀ, ਪਰ ਇੱਧਰਲੀ ਸਾਈਡ ਦੇ ਉੱਤੇ ਕੋਈ ਨਹੀਂ ਸੀ। ਤੇ ਇੱਧਰੋਂ ਸਰਾਂ ਵਾਲੇ ਪਿਛਲੇ ਗੇਟ 'ਚੋਂ ਜਿਹੜੀ ਆ ਇਹ ਐਂਟਰੀ ਦੀ ਸੰਭਾਵਨਾ ਬਹੁਤ ਵੱਡੀ ਸੀ। ਸੋ ਵਿਰਸਾ ਸਿੰਘ ਹੋਰੀ ਜਦੋਂ ਤੀਸਰੀ ਵਾਰ ਜਾ ਕੇ ਆਏ ਉੱਥੋਂ, ਤਾਂ ਇਹ ਨਾਲ ਦੇ ਕਮਰੇ ਸਾਡੇ ਨਾਲ ਵਾਲੇ ਕਮਰੇ 'ਚ ਸਨ, ਉੱਥੇ ਆਣ ਕੇ ਬੈਠਦੇ ਸਨ, ਉੱਥੋਂ ਫਿਰ ਦੁਬਾਰਾ ਜਾਂਦੇ ਸਨ। ਉੱਥੇ ਆਣ ਕੇ ਜਦੋਂ ਇਹਨੇ ਵਾਪਸ ਪਹੁੰਚੇ ਆ ਤਾਂ ਉਦੋਂ ਅਜੇ ਮਹਿਤਾ ਸਾਹਿਬ ਦੱਸ ਕੇ ਹਟੇ ਸਨ ਕਿ ਟੈਂਕ ਆ ਗਏ। ਸੋ ਇਹਨਾਂ ਨੇ, ਮੈਂ ਬਿਲਕੁਲ ਦਰਵਾਜ਼ੇ ਦੇ ਅੰਦਰ ਸਾਹਮਣੇ ਬੈਠਾ ਸੀ ਮੰਜੇ ਦੇ ਉੱਤੇ, ਤਾਂ ਇਹਨਾਂ ਨੇ ਮੈਨੂੰ ਕਿਹਾ ਸਾਰਿਆਂ ਨੇ ਕਿ ਵਿਰਸਾ ਸਿੰਘ ਨੂੰ ਕਹੋ ਕਿ ਹੁਣ ਦੁਬਾਰਾ ਉੱਧਰ ਨਹੀਂ ਜਾਣਾ ਤੇ ਅਗਲੀ ਹਦਾਇਤ ਦਾ ਇੰਤਜ਼ਾਰ ਕਰਨ। ਸੋ ਮੈਂ ਵਿਰਸਾ ਸਿੰਘ ਹੋਰਾਂ ਨੂੰ ਇਹ ਗੱਲ ਕਹਿ ਕੇ ਸੁਨੇਹਾ ਦੇ ਕੇ ਵਾਪਸ ਅੰਦਰ ਕਮਰੇ 'ਚ ਆ ਕੇ ਦਰਵਾਜ਼ੇ ਦੀ ਕੁੰਡੀ ਲਾਈ ਸੀ ਕਿ ਫੌਜ ਜਿਹੜੀ ਬਰਾਂਡੇ ਵਿੱਚ ਪਹੁੰਚ ਗਈ ਤੇ ਉੱਧਰੋਂ ਗ੍ਰਿਫਤਾਰ ਕਰਕੇ ਲੋਕ ਜਿਹੜੇ ਅੱਗੇ ਲਾਏ ਹੋਏ ਸੀ ਉਹਨਾਂ ਨੇ ਉੱਥੇ ਬਿਠਾਇਆ ਤੇ ਸਾਰੇ ਕਮਰਿਆਂ ਦੀ ਤਲਾਸ਼ੀ ਲੈਣ ਲੱਗ ਗਏ। ਤਾਂ ਵਿਰਸਾ ਸਿੰਘ ਹੋਰੀ ਅਜੇ ਆਪਣੇ ਹਥਿਆਰ ਵਗੈਰਾ ਰੱਖ ਰਹੇ ਸਨ, ਤਾਂ ਉਹਨਾਂ ਦੇ ਹੱਥ ਜਿਹੜੀ ਬੈਟਰੀ ਸੀ ਉਹ ਸਿੱਧੀ ਹਥਿਆਰਾਂ ਦੇ ਉੱਪਰ ਪਈ ਤੇ ਉਹਨਾਂ ਨੇ ਝਪਟ ਕੇ ਇਹਨਾਂ ਨੂੰ 2-3 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਅਸੀਂ 13 ਜਣੇ ਸੀਗੇ ਕਮਰੇ ਦੇ ਵਿੱਚ। ਜੀ ਜੀ ਜੀ। ਭਾਈ ਮਨਜੀਤ ਸਿੰਘ ਸੀਗੇ, ਹਰਮਿੰਦਰ ਸਿੰਘ ਸੰਧੂ ਸੀਗੇ ਜੀ, ਮਹਿਤਾ ਸਾਹਿਬ ਸੀਗੇ, ਭਾਈ ਅਮਰਜੀਤ ਸਿੰਘ ਚਾਵਲਾ, ਹਰਮਿੰਦਰ ਸਿੰਘ ਗਿੱਲ, ਮਨਜੀਤ ਸਿੰਘ ਭੋਮਾ ਜੀ, ਇੱਕ ਸਾਡਾ ਬਹੁਤ ਹੀ ਅਜੀਜ਼ ਤੇ ਪਿਆਰਾ ਦੋਸਤ ਭਾਈ ਜੁਗਰਾਜ ਸਿੰਘ ਹੁੰਦਾ ਸੀ
ਜੀ ਹਰਮਿੰਦਰ ਸਿੰਘ ਗਿੱਲ ਤੇ ਇਕੱਠੇ ਕਲਾਸ ਫੈਲੋ ਹੁੰਦੇ ਸਨ। ਜੀ 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 ਉਹ ਸੀ, ਮੈਂ ਵੀ ਸੀ। ਇਸ ਤਰ੍ਹਾਂ ਅਸੀਂ ਕੁੱਲ ਮਿਲਾ ਕੇ 13 ਜਣੇ ਸਾਂ। ਇਹ ਭਾਈ ਜੁਗਰਾਜ ਸਿੰਘ ਸੀ ਜਿਹੜਾ ਇਹ ਬਹੁਤ ਹੀ ਗੰਭੀਰ ਅਤੇ ਵਫਾਦਾਰ ਕਿਸਮ ਦਾ ਵਿਅਕਤੀ ਸੀ ਔਰ ਇਸ ਨੂੰ ਮਗਰੋਂ ਜੋਧਪੁਰ ਜੇਲ੍ਹ 'ਚੋਂ ਰਿਹਾਈ ਮਗਰੋਂ 1991 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਤੋਂ ਵਾਪਸ ਆਉਂਦਿਆਂ ਰਈਏ ਵਿਖੇ GT ਰੋਡ ਦੇ ਉੱਤੇ ਬਾਬਾ ਬਕਾਲਾ ਵਾਲੇ ਮੋੜ ਤੇ ਪੁਲਿਸ ਨੇ 4-5 ਜਣਿਆਂ ਨੂੰ ਕਾਰ ਦੇ ਵਿੱਚ ਰੋਕ ਕੇ, ਕਾਰ ਇਹਨਾਂ ਦੀ 4-5 ਜਣੇ ਸਵਾਰ ਸਨ, ਤਾਂ ਆਪਣੇ ਕੋਲੋਂ ਹੀ ਸਾਇਨਾਈਡ ਕਾਰ ਦੇ ਵਿੱਚੋਂ ਲੱਭਿਆ, ਰੌਲਾ ਪਾ ਕੇ ਤਾਂ ਧੱਕੇ ਨਾਲ ਸਾਇਨਾਈਡ ਇਸ ਦੇ ਮੂੰਹ 'ਚ ਪਾ ਕੇ ਇਸ ਨੂੰ ਸ਼ਹੀਦ ਕਰ ਦਿੱਤਾ, ਜਦੋਂ ਕਿ ਉਸ ਦਾ ਕਿਸੇ ਵੀ ਅਜਿਹੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਸੀ ਜਿਸ ਦੇ ਉੱਤੇ ਇਤਰਾਜ਼ ਕੀਤਾ ਜਾ ਸਕੇ। ਇਸ ਤਰ੍ਹਾਂ ਅਸੀਂ ਜਿੱਥੇ ਇੱਕ ਸੁਹਿਰਦ ਦੋਸਤ, ਇੱਕ ਵਫਾਦਾਰ ਦੋਸਤ ਤੋਂ ਮਹਿਰੂਮ ਹੋ ਗਏ, ਉੱਥੇ ਹੀ ਸਾਡਾ ਸਮਾਜ ਵੀ ਇੱਕ ਲੋਕ ਹਿੱਤਾਂ ਲਈ ਜੂਝਣ ਵਾਲੇ ਦ੍ਰਿੜ ਸੰਕਲਪ ਮਨੁੱਖ ਤੋਂ ਵਾਂਝਾ ਹੋ ਗਿਆ। ਸੋ 13 ਜਣੇ ਅਸੀਂ ਉਸ ਕਮਰੇ ਦੇ ਵਿੱਚ ਜਾ ਕੇ ਬੈਠ ਗਏ ਤੇ ਅਸੀਂ ਉੱਥੇ ਆਪਦਾ ਟਿਕਾਣਾ ਮੱਲਿਆ ਜੀ। ਸੋ ਹੋਇਆ ਇਹ ਕਿ ਇਹ ਸਲਾਹ ਕਰ ਰਹੇ ਸਨ ਤੇ ਆਪਾਂ ਕਿਵੇਂ ਨਾ ਕਿਵੇਂ ਇੱਕ ਵਾਰ ਜੇ ਸੜਕ ਟੱਪ ਜਾਈਏ ਸਰਾਂ ਵਾਲੀ, ਜਿਹੜੀ ਦਰਬਾਰ ਸਾਹਿਬ ਮੇਨ ਜਿਹੜੀ ਪਰਿਕਰਮਾ ਤੇ ਲੰਗਰ ਦੇ ਤੇ ਇਹਦੀ ਬਿਲਡਿੰਗ ਨੂੰ ਵੰਡਦੀ ਹੈ ਰਿਹਾਇਸ਼ੀ ਕੰਪਲੈਕਸ ਨੂੰ ਜੀ, ਤਾਂ ਆਪਾਂ ਇਹ ਸੜਕ ਟੱਪ ਜਾਈਏ ਤੇ ਆਪਾਂ ਓਟ ਲੈ ਕੇ ਤੇ ਸੰਤਾਂ ਕੋਲੇ ਪਹੁੰਚੀਏ ਜੀ। ਸੋ ਇਸ ਤਰ੍ਹਾਂ ਦੀ ਵਿਚਾਰ ਕਰ ਰਹੇ ਸਨ ਜਦੋਂ ਫੌਜ ਐਂਟਰ ਕਰ ਗਈ ਜੀ। ਔਰ ਇਹ ਵੀ ਗੱਲ ਇਹ ਕਰਦੇ ਰਹੇ ਆਪਸ 'ਚ ਕਿ ਹੁਣ ਉੱਥੇ ਗਿਆ ਨੂੰ ਤੇ ਆਪਾਂ ਸੰਤ ਮੋੜ ਨਹੀਂ ਸਕਦੇ। ਇਹ 5 ਤਰੀਕ ਰਾਤ ਦੀ ਗੱਲ ਹੈ? 5 ਤਰੀਕ ਰਾਤ ਦੀ ਗੱਲ, ਫੌਜ ਦੇ ਐਂਟਰ ਹੋਣ ਤੋਂ ਥੋੜਾ ਹੀ ਸਮਾਂ ਪਹਿਲਾਂ ਦੀ ਗੱਲ ਹੈ। ਜੀ ਜੀ ਜੀ। ਕਿਉਂਕਿ ਹੋਰ ਕੋਈ ਰਾਹ ਨਹੀਂ ਸੀ ਇਹਨਾਂ ਨੂੰ ਲੱਗਦਾ। ਇਹ ਵਿਚਾਰ ਇਸ ਗੱਲ ਦੇ ਉੱਤੇ ਕਰਦੇ ਰਹੇ ਕਿ ਜੇ ਆਪਾਂ ਨੇ ਸ਼ਹੀਦ ਹੀ ਹੋਣਾ ਤੇ ਫਿਰ ਸ਼ਹੀਦ ਹੋਣ ਦਾ ਟਿਕਾਣਾ ਤਾਂ ਸੰਤਾਂ ਦੇ ਨਾਲ ਅਕਾਲ ਤਖਤ ਸਾਹਿਬ ਹੀ ਆ। ਜੀ ਜੀ ਜੀ। ਸੋ ਇਹਨਾਂ ਨੇ ਇਹ ਵਿਚਾਰ ਕੀਤੇ ਕਿ ਸੰਤਾਂ ਨੇ ਆਪਾਂ ਨੂੰ ਮਨਾ ਤਾਂ ਕੀਤਾ, ਪਰ ਆਪਾਂ ਜੇ ਉੱਥੇ ਪਹੁੰਚ ਜਾਾਂਗੇ ਫਿਰ ਤਾਂ ਸੰਤ ਉੱਥੋਂ ਭੇਜ ਨਹੀਂ ਸਕਦੇ ਜੀ। ਸੋ ਇਸ ਤਰ੍ਹਾਂ ਦੀ ਵਿਚਾਰ ਚੱਲ ਰਹੀ ਸੀ ਤਾਂ ਫੌਜ ਐਂਟਰ ਕਰ ਗਈ। ਪਤਾ ਲੱਗ ਗਿਆ ਕਿ ਫੌਜ ਆ ਗਈ ਆ। ਉਹਨਾਂ ਦਾ ਖੜਾਕ ਪੈਰਾਂ ਦਾ ਵੀ ਆਉਣ ਲੱਗ ਗਿਆ, ਉਹਨਾਂ ਦੇ ਕੋਈ ਨਾਅਰੇ ਵਗੈਰਾ ਮਾਰਦੇ ਸੀ ਉਹ ਵੀ ਸੁਣਨ ਲੱਗ ਗਏ। ਤਾਂ ਉਹਨਾਂ ਨੇ ਕੀਤਾ ਕਿ ਨਾਲ ਦੀ ਨਾਲ ਹੀ ਉਹਨਾਂ ਨੇ ਜਿਹੜੇ ਪਾਸਿਓਂ ਸਰਾਂ ਦੇ ਪਿੱਛੋਂ ਵਿਹੜੇ ਵਾਲੀ ਸਾਈਡ ਤੋਂ ਕਿਤੇ ਐਂਟਰ ਕੀਤੇ ਆ, ਟੈਂਕੀ ਵਾਲੀ ਸਾਈਡ ਤੋਂ ਸ਼ਾਇਦ ਪਿਛਲੀ ਗਲੀ ਤੋਂ, ਉੱਧਰੋਂ ਉਹਨਾਂ ਨੇ ਜਿੰਨੇ ਲੋਕ ਉਹਨਾਂ ਨੇ ਕੁਛ ਅੱਗੇ ਲਾ ਕੇ ਤੇ ਉਹਨਾਂ ਨੇ ਫੜ ਲਏ। ਉਹਨਾਂ ਨੇ ਸਮਝਿਆ ਵੀ ਅਸੀਂ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ। ਅੱਗੇ ਲਾ ਕੇ ਉਹਨਾਂ ਨੇ ਤੇ ਬਰਾਂਡੇ ਦੇ ਵਿੱਚ ਬਿਠਾਉਣੇ ਸ਼ੁਰੂ ਕਰ ਦਿੱਤੇ। ਅੱਛਾ ਜੀ। ਕਾਫੀ ਗਿਣਤੀ 'ਚ ਲੋਕ ਉਹਨਾਂ ਨੇ ਅੱਗੇ ਆ ਕੇ ਬਿਠਾਤੇ। ਉੱਧਰੋਂ ਹੀ ਬਾਹਰੋਂ ਟੈਂਕ ਦਾ ਪਤਾ ਲੱਗ ਗਿਆ। ਭਾਈ ਰਜਿੰਦਰ ਸਿੰਘ ਮਹਿਤਾ ਨੇ ਜਿਹੜੀ ਉੱਥੇ ਖਿੜਕੀ ਸੀ ਉਹਦੇ 'ਚੋਂ ਥੋੜ੍ਹੀ ਝੀਤ ਕੀਤੀ ਹੋਈ ਸੀ ਜੀ, ਤਾਂ ਮਹਿਤਾ ਸਾਹਿਬ ਨੇ ਹੌਲੀ ਆਵਾਜ਼ ਦੇ ਵਿੱਚ ਦੱਸਿਆ ਕਿ ਟੈਂਕ ਆ ਗਏ ਆ। ਤੇ ਗੜਗੜਾਹਟ ਤੋਂ ਵੀ ਪਤਾ ਲੱਗ ਗਿਆ ਕਿ ਟੈਂਕਾਂ ਦੀ ਆਵਾਜ਼ ਸੀ। ਸੋ ਇਸ ਤਰ੍ਹਾਂ ਅਸੀਂ ਫਿਰ ਉੱਥੇ ਡੱਕੇ ਗਏ। ਅਸੀਂ ਉੱਥੋਂ ਨਿਕਲ ਕੇ ਇਹ ਸਲਾਹ ਕਰ ਰਹੇ ਸੀ ਕਿ ਅਕਾਲ ਤਖਤ ਸਾਹਿਬ ਤੇ ਪਹੁੰਚੀਏ ਕਿਸ ਤਰ੍ਹਾਂ, ਜੇ ਬਚ ਜਾ ਕੇ ਸੜਕ ਟੱਪ ਜਾਈਏ ਤੇ ਫਿਰ ਅੱਗੇ ਆਪਾਂ ਪਹੁੰਚ ਸਕਦੇ ਹਾਂ ਜੀ। ਸੋ ਉਸ ਗੱਲ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕੇ। ਤਾਂ ਇਹ ਇੱਥੇ ਹੀ ਅਸੀਂ ਘਿਰ ਗਏ, ਕਿਉਂਕਿ ਸਾਹਮਣੇ ਲਿਆ ਕੇ ਬਹੁਤ ਗਿਣਤੀ ਸੰਗਤ ਬਿਠਾ ਦਿੱਤੀ ਗਈ। ਜੇ ਅੰਦਰੋਂ ਅਸੀਂ ਕੋਈ ਰਿਐਕਸ਼ਨ ਕਰਦੇ ਹਾਂ ਤੇ ਉਹ ਸਾਰੇ ਨਿਰਦੋਸ਼ ਸੰਗਤ ਜਿਹੜੀ ਸੀ, ਮਾਸੂਮ ਬੱਚੇ ਵੀ ਸੀਗੇ ਵਿੱਚ, ਉਹ ਸਾਰਿਆਂ ਨੂੰ ਉਹਨਾਂ ਨੇ ਗੋਲੀਆਂ ਨਾਲ ਭੁੰਨ ਦੇਣਾ ਸੀ। ਸੋ ਇਹ ਸੋਚ ਕੇ ਅਸੀਂ ਜਿਹੜਾ ਉਹ ਫਿਰ ਇਹਨਾਂ ਨੇ ਸਲਾਹ ਕਰ ਲਈ ਕਿ ਹੁਣ ਆਪਾਂ ਇੱਥੇ ਕੋਈ ਕਾਰਵਾਈ ਜਾਂ ਹਰਕਤ ਨਹੀਂ ਕਰਨੀ, ਚੁੱਪ ਕਰਕੇ ਆਪਾਂ ਦਿਨ ਚੜ੍ਹਨ ਦੀ ਵੇਟ ਕਰੀਏ। ਸੋ ਇਹ ਜਦੋਂ ਦਿਨ ਦਾ ਚੜ੍ਹਾਅ ਹੋਇਆ ਜੀ, ਤਾਂ ਉੱਥੇ ਤਕਰੀਬਨ 8-9 ਵਜੇ ਅਸੀਂ ਸਾਡਾ ਇਹ ਖਿਆਲ ਸੀ ਕਿ ਲੋਕਾਂ ਨੂੰ ਗ੍ਰਿਫਤਾਰ ਕਰਕੇ ਫੌਜ ਇੱਥੋਂ ਚਲੀ ਜਾਏਗੀ ਜੀ। ਸੋ ਇਹ ਸਾਰੇ ਜਣੇ ਗੱਲ ਕਰਨ ਲੱਗੇ। ਭਾਈ ਰਜਿੰਦਰ ਸਿੰਘ ਮਹਿਤਾ ਨੇ ਇੱਕ ਦੋ ਵਾਰ ਇਹ ਵੀ ਕਿਹਾ ਕਿ ਆਪਾਂ ਇੱਥੇ ਹੀ ਸ਼ਹੀਦ ਹੋ ਜਾਈਏ ਜੀ। ਤਾਂ ਸਾਰਿਆਂ ਨੇ ਕਿਹਾ ਕਿ ਹੁਣ ਇਸ ਹਾਲਾਤ ਦੇ ਵਿੱਚ ਇੱਥੇ ਆਪਾਂ ਨੂੰ ਸ਼ਹੀਦੀ ਦੇਣ ਦਾ ਕੋਈ ਲਾਭ ਨਹੀਂ, ਆਪਾਂ ਥੋੜ੍ਹਾ ਜਿਹਾ ਸੋਚ ਵਿਚਾਰ ਕਰੀਏ ਤੇ ਆਪਾਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ ਜੀ। ਸੋ ਖਿਆਲ ਸਾਰਿਆਂ ਦਾ ਇਹ ਸੀ ਕਿ ਫੌਜ ਜਿਹੜੀ ਹੈ ਗ੍ਰਿਫਤਾਰ ਕੀਤੀ ਹੋਈ ਸੰਗਤ ਨੂੰ ਲੈ ਕੇ ਚਲੀ ਜਾਏਗੀ ਜੀ। ਤਾਂ ਉਸ ਤੋਂ ਬਾਅਦ ਅਸੀਂ ਇੱਧਰੋਂ ਉੱਧਰੋਂ ਕਿਸੇ ਪਿਛਲੀ ਗਲੀ ਦੇ ਵਿੱਚੋਂ ਸ਼ਾਇਦ ਬਾਹਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਈਏ ਇੱਥੋਂ ਨਿਕਲ ਕੇ ਜੀ ਜੀ ਜੀ। ਤੇ ਉਹ ਗੱਲ ਦੇ ਵਿੱਚ ਵੀ ਅਸੀਂ ਕਾਮਯਾਬ ਨਹੀਂ ਹੋ ਸਕੇ, ਕਿਉਂਕਿ ਜਦੋਂ ਦਿਨ ਚੜ੍ਹਿਆ ਤਾਂ ਇੱਕ ਕਮਾਂਡਰ ਆਇਆ ਉੱਥੇ ਫੌਜ ਦਾ। ਉਸਨੇ ਆਣ ਕੇ ਲੋਕਾਂ ਨੂੰ ਵਾਰਨ ਕੀਤਾ ਕਿ ਤੁਸੀਂ ਕਿਸੇ ਨੇ ਕੋਈ ਹਿਲਜੁਲ ਜਾਂ ਹਰਕਤ ਨਹੀਂ ਕਰਨੀ, ਜੇ ਕੋਈ ਹਰਕਤ ਕੀਤੀ ਤਾਂ ਤੁਹਾਨੂੰ ਸ਼ੂਟ ਕਰ ਦਿੱਤਾ ਜਾਏਗਾ ਜੀ। ਤੇ ਤੁਸੀਂ ਆਰਾਮ ਨਾਲ ਇੱਥੇ ਬੈਠੋ, ਜਦੋਂ ਬੱਸਾਂ ਦਾ ਪ੍ਰਬੰਧ ਹੋਏਗਾ ਜੀ, ਜਿਹਦੇ 'ਚ ਸਾਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ, ਬੱਸਾਂ ਦਾ ਪ੍ਰਬੰਧ ਹੋਣ ਤੋਂ ਬਾਅਦ ਤੁਹਾਨੂੰ ਇੱਥੋਂ ਅਸੀਂ ਲੈ ਕੇ ਜਾਵਾਂਗੇ ਤੇ ਚੁੱਪ ਕਰਕੇ ਆਰਾਮ ਦੇ ਨਾਲ ਇੱਥੇ ਬੈਠੇ ਰਹੋ ਜੀ। ਸੋ ਭਾਈ ਰਜਿੰਦਰ ਸਿੰਘ ਮਹਿਤਾ ਕਿਉਂਕਿ ਖਿੜਕੀ ਦੇ ਲਾਗੇ ਸੁਣ ਰਹੇ ਸਨ ਜੀ, ਉਹਨਾਂ ਨੇ ਦੱਸਿਆ ਕਿ ਆਹ ਗੱਲ ਹੋ ਗਈ ਆ। ਸੋ ਉਸ ਤੋਂ ਬਾਅਦ ਜਿਹੜਾ ਸੀ ਇਹ ਵਿਚਾਰ ਤਿਆਗ ਦਿੱਤਾ ਗਿਆ ਕਿ ਆਪਾਂ ਇੱਥੋਂ ਹੁਣ ਨਿਕਲ ਸਕਾਂਗੇ ਜੀ। ਇਸ ਤੋਂ ਬਾਅਦ ਇਹਨਾਂ ਨੇ ਇਹ ਵਿਚਾਰ ਕੀਤੀ
ਕਿ ਆਪਾਂ ਹੁਣ ਕਿਵੇਂ ਨਾ ਕਿਵੇਂ ਇੰਜ ਕਰੀਏ ਕਿ ਸੰਗਤ ਦੇ ਵਿੱਚ ਰਲ ਜਾਈਏ ਜੀ। ਸੰਗਤ ਦੇ ਵਿੱਚ ਰਲਣ ਦੇ ਲਈ ਹੌਲੀ ਹੌਲੀ ਬੂਹਾ ਖੋਲ੍ਹਿਆ ਜੀ। ਬੂਹਾ ਖੋਲ੍ਹਣ ਉਪਰੰਤ ਸਾਡੇ ਬਿਲਕੁਲ ਦਰਵਾਜ਼ੇ ਦੇ ਨਾਲ ਲਾ ਕੇ ਇੱਕ ਮੰਜਾ ਕਿਸੇ ਨੇ ਉੱਥੇ ਉਹਨਾਂ ਨੇ ਲੋਕਾਂ ਨੇ ਡਾਹ ਲਿਆ, ਉੱਥੇ ਪਿਆ ਹੋਏਗਾ, ਉਹ ਲੱਗ ਗਿਆ ਉੱਥੇ ਬਿਲਕੁਲ ਨਾਲ ਲਾਇਆ ਹੋਇਆ ਸੀ, ਤਾਂ ਉਹਦੇ ਉੱਪਰ ਵੀ ਲੋਕ ਬੈਠੇ ਹੋਏ ਸਨ ਮੰਜੇ ਦੇ ਉੱਤੇ। ਜੀ ਜੀ ਜੀ। ਸੋ ਅਸੀਂ ਹੌਲੀ ਹੌਲੀ ਕਰਕੇ ਉੱਥੇ ਬੂਹਾ ਹੌਲੀ ਹੌਲੀ ਕਰਕੇ ਬਿਲਕੁਲ ਬੂਹਾ ਖੋਲ੍ਹਿਆ, ਫਿਰ ਅਖੀਰ ਨੂੰ ਪੂਰਾ ਬੂਹਾ ਖੋਲ੍ਹਤਾ, ਤਾਂ ਇੱਕ ਇੱਕ ਦੋ ਦੋ ਜਣ ਕਰਕੇ ਅਸੀਂ ਮੰਜੇ ਦੇ ਉੱਤੇ ਹੁੰਦੇ ਗਏ, ਉੱਥੋਂ ਖਿਸਕ ਕੇ ਅਸੀਂ ਤੇ ਉਹ ਜਿਹੜੀ ਸੰਗਤ ਬਿਠਾਈ ਹੋਈ ਸੀ ਉਹਨਾਂ ਦੇ ਵਿੱਚ ਰਲ ਗਏ। ਜੀ ਜੀ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਫੌਜ ਦੀ ਗ੍ਰਿਫਤ ਵਿੱਚ ਆਏ। ਅੱਜ ਜਿਹੜੇ ਉੱਥੇ ਲੀਡਰ ਸੀ ਕੁਛ ਹਰਚੰਦ ਸਿੰਘ ਲੌਂਗੋਵਾਲ ਤੇ ਹੋਰ ਕੁਛ ਅਕਾਲੀ ਆਗੂ ਸੀ, ਇਹਨਾਂ ਦੀ ਗ੍ਰਿਫਤਾਰੀ ਕਿਵੇਂ ਹੋਈ ਔਰ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਔਰ ਮਤਲਬ ਕੀ ਪ੍ਰੋਸੀਜਰ ਅਪਣਾਇਆ ਗਿਆ ਉੱਥੋਂ ਤੇ ਕਿੰਨਾ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਨੂੰ? ਦੇਖੋ, ਗ੍ਰਿਫਤਾਰ ਤਾਂ ਇਹਨਾਂ ਨੂੰ ਫੌਜ ਨੇ ਕੀਤਾ ਜੀ, ਪਰ ਇਹਨਾਂ ਨੂੰ ਸੁਰੱਖਿਅਤ ਉੱਥੋਂ ਕੱਢਣ ਦੇ ਬਕਾਇਦਾ ਤੌਰ ਤੇ ਉੱਤੇ ਹਦਾਇਤਾਂ ਸੀਗੀਆਂ ਜੀ। ਜੇ ਅਜਿਹੀ ਗੱਲ ਨਾ ਹੁੰਦੀ ਤਾਂ ਜਿੱਥੇ ਫੌਜ ਨੇ ਹੋਰ ਬੇਤਹਾਸ਼ਾ ਉੱਥੇ ਤਸ਼ੱਦਦ ਕੀਤਾ, ਬੇਤਹਾਸ਼ਾ ਕਤਲੋਗਾਰਤ ਕੀਤੀ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਕਿਸੇ ਲੀਡਰ ਨੂੰ ਵੀ ਮਾਰ ਸਕਦੇ ਸੀ। ਪਰ ਉਹਨਾਂ ਨੂੰ, ਮੇਰਾ ਖਿਆਲ ਹੈ ਕਿ ਸਾਰੇ ਰਿਹਾਇਸ਼ੀ ਕੰਪਲੈਕਸ ਵਾਲੇ ਪਾਸੇ ਉਹਨਾਂ ਨੂੰ ਇਹਨਾਂ ਦੇ ਬਾਰੇ ਕੋਈ ਖਾਸ ਹਦਾਇਤਾਂ ਸੀਗੀਆਂ, ਕਿਉਂਕਿ ਸਮੁੰਦਰੀ ਹਾਲ ਦੇ ਵਿੱਚ ਸੀ, ਜੇ ਸਮੁੰਦਰੀ ਹਾਲ ਦੇ ਬਾਰੇ ਉਹਨਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਇੱਥੇ ਆਹ ਲੀਡਰ ਹੋਣਗੇ, ਔਰ ਸੰਭਾਵਨਾ ਇਹ ਵੀ ਹੈ ਕਿ ਸੰਪਰਕ ਵਿੱਚ ਵੀ ਰਹੇ ਆ ਜੀ। ਅਟੈਕ ਦੇ ਦੌਰਾਨ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਢੰਗ ਨਾਲ ਸੰਪਰਕ ਇਹਨਾਂ ਦਾ ਪ੍ਰਸ਼ਾਸਨ ਦੇ ਨਾਲ ਰਿਹਾ ਹੋਏਗਾ ਜੀ। ਔਰ ਇਹਨਾਂ ਨੂੰ ਜਿਸ ਤਰੀਕੇ ਨਾਲ ਉੱਥੋਂ ਸੁਰੱਖਿਅਤ ਲੈ ਕੇ ਗਏ ਆ ਜੀ, ਉਸ ਤੋਂ ਤਕਰੀਬਨ ਗੱਲ ਇਹ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਇਹਨਾਂ ਨੂੰ ਉੱਥੋਂ ਬਚਾ ਕੇ ਸੁਰੱਖਿਅਤ ਕੱਢਣ ਦੀ ਹਦਾਇਤ ਸੀਗੀ। ਮੇਰਾ ਆਖਰੀ ਸਵਾਲ ਆ, ਉਹਦੇ ਵਿੱਚ ਮੈਂ ਦੋ ਕੁ ਸਵਾਲ ਮਿਕਸ ਕਰਦਾ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੀ ਖਬਰ ਤੁਹਾਨੂੰ ਕਿਵੇਂ ਮਿਲੀ ਉਦੋਂ, ਤੇ ਸੈਕਿੰਡਲੀ ਜਦੋਂ ਲੜਾਈ ਬੰਦ ਹੋ ਚੁੱਕੀ ਸੀ, ਗੋਲਾਬਾਰੀ ਇੱਧਰੋਂ ਉੱਧਰੋਂ ਬੰਦ ਹੋ ਚੁੱਕੀ ਸੀ, ਤਾਂ ਫੌਜ ਦਾ ਜਿਹੜੀ ਆਮ ਸੰਗਤ ਸੀ ਜਾਂ ਤੁਹਾਡੇ ਪ੍ਰਤੀ ਸਾਰਿਆਂ ਪ੍ਰਤੀ ਫੌਜ ਦਾ ਰਵੱਈਆ ਕੀ ਸੀ ਉੱਥੇ? ਫੌਜ ਦਾ ਰਵੱਈਆ ਤਾਂ ਦੇਖੋ ਜਿਹੋ ਜਿਹਾ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਸੀ, ਬੜਾ ਜ਼ਾਲਮਾਨਾ ਰਵੱਈਆ ਸੀ ਉਹਨਾਂ ਦਾ ਜੀ। ਫੌਜ, ਮੈਂ ਉਦੋਂ ਚਾਹੇ ਉਮਰ 'ਚ ਛੋਟਾ ਸੀ, ਪਰ ਮੇਰਾ ਖਿਆਲ ਇਸ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਫੌਜ ਦੀ ਤੈਨਾਤੀ ਹੁੰਦੀ ਸੀ। ਜਦੋਂ ਅਖਬਾਰ ਦੇ ਵਿੱਚ ਅਸੀਂ ਪੜ੍ਹਦੇ ਰਹਿੰਦੇ ਸੀ ਜੀ, ਤਾਂ ਫੌਜ ਜਿੱਥੇ ਵੀ ਜਾਂਦੀ ਸੀ ਉਹ ਜਾਂਦਿਆਂ ਸਾਰ ਉੱਥੇ ਕਤਲੋਗਾਰਤ ਹੀ ਹੁੰਦੀ ਸੀ। ਉਹ ਉਸ ਤੋਂ ਬਾਅਦ ਖਬਰਾਂ ਜਿਹੜੀਆਂ ਸੀ ਉਹ ਵੱਡੀ ਪੱਧਰ ਦੇ ਉੱਤੇ ਕਤਲੋਗਾਰਤ ਦੀਆਂ ਆਉਂਦੀਆਂ ਸੀ ਜੀ। ਸੋ ਜਦੋਂ ਫੌਜ ਲੱਗੀ ਸੀ ਉਦੋਂ ਹੀ ਪਤਾ ਸੀਗਾ, ਮੇਰਾ ਆਪਣਾ ਜ਼ਾਤੀ ਤੌਰ ਦੇ ਉੱਤੇ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਇੱਕ ਆਪਣਾ ਇੰਟਿਊਸ਼ਨ ਸੀਗੀ ਕਿ ਹੁਣ ਇੱਥੇ ਇਹ ਸਾਰਾ ਕੁਝ ਉਹੀ ਵਾਪਰੇਗਾ ਜੀ। ਸੋ ਫੌਜ ਨੇ ਕੋਈ ਕਸਰ ਨਹੀਂ ਛੱਡੀ ਜ਼ੁਲਮ ਦੇ ਵਿੱਚ ਜੀ। ਬਹੁਤ ਬੇਤਹਾਸ਼ਾ ਜ਼ੁਲਮ ਕੀਤਾ ਲੋਕਾਂ ਦੇ ਉੱਤੇ, ਜਿਸ ਦੀ ਕਿ ਤਵੱਕੋ ਨਹੀਂ ਕੀਤੀ ਜਾ ਸਕਦੀ ਆਪਣੇ ਮੁਲਕ ਦੀ ਫੌਜ ਤੋਂ, ਕਿਉਂਕਿ ਆਪਣੀ ਫੌਜ ਦੀ ਮੁਲਕ ਜਿਹੜੀ ਆ ਇਹ ਦੁਸ਼ਮਣ ਫੌਜਾਂ ਨਾਲ ਲੜਨ ਵਾਸਤੇ ਹੁੰਦੀ ਆ, ਜਿਹੜਾ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਜੀ। ਪਰ ਜੋ ਕੁਝ ਫੌਜ ਨੇ ਉੱਥੇ ਕੀਤਾ, ਜੋ ਅਸੀਂ ਦੇਖਿਆ, ਜੋ ਹੰਢਾਇਆ, ਉਸ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਮਨ ਦੇ ਉੱਤੇ ਫੌਜ ਦੀ ਜਿਹੜੀ ਛਾਪ ਹੈ ਉਹ ਬਹੁਤ ਹੀ ਭੱਦੇ ਢੰਗ ਨਾਲ ਉਕਰ ਦਿੱਤੀ ਆ। ਮੈਂ ਤੁਹਾਨੂੰ ਜ਼ਾਤੀ ਤੌਰ ਤੇ ਗੱਲ ਦੱਸਦਾ ਕਿ ਸਾਡਾ ਜਿਹੜਾ ਘਰ ਹੁੰਦਾ ਸੀ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਨਾਲ ਵਾਲੀ ਗਲੀ 'ਚ ਸੀ ਜੀ। ਗੁਰੂ ਨਾਨਕਵਾੜਾ ਸਾਡੇ ਮੁਹੱਲੇ ਦਾ ਨਾਂ, ਤੇ ਉਦੋਂ ਉਹੀ ਸੜਕ ਹੁੰਦੀ ਸੀ ਜਿਹੜੀ ਪਿੱਛੇ ਛਾਉਣੀ ਵਾਲੀ ਰੋਡ ਨੂੰ ਵਿੱਚੋਂ ਕਨੈਕਟ ਕਰਦੀ ਸੀ ਜੀ। ਇਧਰੋਂ ਜੀਟੀ ਰੋਡ ਤੇ ਪਿੱਛੇ ਜਿਹੜੀ ਫੌਜੀ ਛਾਉਣੀ ਆ ਉਸ ਨੂੰ ਕਨੈਕਟ ਕਰਨ ਵਾਲੀ ਇਹੀ ਮੇਨ ਰੋਡ ਸੀ, ਔਰ ਇੱਥੋਂ ਫੌਜੀਆਂ ਦੀ ਆਵਾਜਾਈ ਬਹੁਤ ਹੁੰਦੀ ਸੀ ਜੀ। ਤੇ ਅਸੀਂ ਛੋਟੇ ਹੁੰਦੇ ਨਾ ਗੇਟ ਤੇ ਖੜ੍ਹ ਕੇ ਜਦੋਂ ਕੋਈ ਫੌਜੀ ਲੰਘਣਾ ਤੇ ਗੇਟ ਤੇ ਖੜ੍ਹ ਕੇ ਉਹਨੂੰ ਸਲੂਟ ਮਾਰਨਾ ਜੀ ਕਿ ਫੌਜੀ ਭਾਈ ਜੈ ਹਿੰਦ ਜੀ। ਪਰ ਜਦੋਂ ਆਹ ਸਾਰਾ ਕੁਝ ਅਸੀਂ ਦੇਖਿਆ, ਜਦੋਂ ਸਾਡੇ ਨਾਲ ਵਾਪਰਿਆ, ਤਾਂ ਉਸ ਤੋਂ ਬਾਅਦ ਕਦੀ ਫੌਜ ਦੇ ਬਾਰੇ ਪਹਿਲਾਂ ਵਾਂਗ ਨਾ ਸੋਚਿਆ, ਨਾ ਕਦੇ ਉਹਨਾਂ ਪ੍ਰਤੀ ਕਦੀ ਹਮਦਰਦੀ ਜਾਗਦੀ ਹੈ ਜੀ। ਹਾਲਾਂਕਿ ਆਪਣੇ ਰਿਸ਼ਤੇਦਾਰ, ਆਪਣੇ ਭੈਣ ਭਰਾ, ਆਪਣੇ ਪੰਜਾਬ ਦੇ ਲੋਕ ਉਹ ਵੀ ਫੌਜ ਦੇ ਵਿੱਚ ਭਰਤੀ ਹੁੰਦੇ ਆ ਜੀ। ਵੱਖ-ਵੱਖ ਥਾਵਾਂ ਦੇ ਉੱਤੇ ਕਈਆਂ ਦੀ ਜਿਹੜੀ ਆ ਉਹ ਮੌਤ ਵੀ ਹੋ ਜਾਂਦੀ ਆ ਜੀ ਜੀ। ਹੁੰਦਾ ਤਾਂ ਬੜਾ ਅਫਸੋਸਨਾਕ ਹੈ, ਪਰ ਜਿਸ ਤਰ੍ਹਾਂ ਦੀ ਹਮਦਰਦੀ ਜਾਗਣੀ ਚਾਹੀਦੀ ਹੈ, ਇਹ ਸਾਰਾ ਕੁਝ ਵੇਖ ਕੇ, ਇਹ ਸਾਰਾ ਭਿਆਨਕ ਕਾਂਡ, ਇਹ ਸਾਰੀ ਦਰਿੰਦਗੀ ਫੌਜ ਦੀ ਉੱਥੇ ਜੋ ਦੇਖੀ, ਉਹ ਹਮਦਰਦੀ ਜਿਹੜੀ ਆ ਪਹਿਲਾਂ ਵਾਂਗ ਕਦੇ ਨਹੀਂ ਮਨ 'ਚ ਉਪਜਦੀ। ਇੱਕ ਗੱਲ ਰਹਿ ਗਈ ਵਿੱਚੇ ਕਿ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਦੀ ਖਬਰ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ, ਕਿੰਨਾ ਹਾਲਾਤਾਂ 'ਚ ਮਿਲੀ? ਦੇਖੋ, ਇੰਟਿਊਸ਼ਨ ਤਾਂ ਸਾਨੂੰ ਸੀਗੀ ਕਿ ਜਦੋਂ 9 ਤਰੀਕ ਨੂੰ ਦਿਨੇ ਬਹੁਤ ਉਸ ਪਾਸਿਓਂ 9-10 ਵਜੇ ਦੇ ਕਰੀਬ ਬਹੁਤ ਧੂੰਆਂ ਦਰਬਾਰ ਸਾਹਿਬ ਵਾਲੀ ਸਾਈਡ ਤੋਂ ਦਿਖਾਈ ਦਿੱਤਾ 6 ਜੂਨ ਨੂੰ ਜੀ। ਤੇ ਮੈਂ ਜ਼ਾਤੀ ਤੌਰ ਤੇ ਮੈਂ ਗੱਲ ਤਾਂ ਨਹੀਂ ਕਿਸੇ ਨਾਲ ਕੀਤੀ,
ਜੀ ਪਰ ਇਹ ਅੰਡਰਸਟੂਡ ਸੀਗਾ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਹੋਣਗੇ। ਜੀ ਖਬਰ ਮਿਲੀ ਹੈ ਕਿ ਇਹ ਸ਼ਾਮ ਨੂੰ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਸਰਦਾਰ ਅਪਾਰ ਸਿੰਘ ਬਾਜਵਾ ਜਿਹੜੇ ਡੀਐਸਪੀ ਸੀਗੇ ਉੱਥੇ ਸ਼ਹਿਰੀ ਅੰਮ੍ਰਿਤਸਰ ਸ਼ਹਿਰੀ ਦੇ ਜੀ, ਉਹ ਉੱਥੇ ਜਦੋਂ ਆਏ ਆ ਤਾਂ ਉਹਨਾਂ ਨੇ ਸੰਧੂ ਸਾਹਿਬ ਦੇ ਕੰਨ ਦੇ ਵਿੱਚ ਕੁਝ ਕਿਹਾ ਜੀ। ਤਾਂ ਪਿਛਲੇ ਦਿਨ ਹੀ ਭਾਈ ਬਨਜੀਤ ਸਿੰਘ ਹੋਰਾਂ ਦੀ ਇੰਟਰਵਿਊ ਵੀ ਆਈ ਸੀ ਜੀ, ਉਹਨਾਂ ਨੇ ਵੀ ਉਹਦੇ ਵਿੱਚ ਦੱਸਿਆ ਕਿ ਉਹਨਾਂ ਨੇ ਫਿਰ ਸੰਧੂ ਦੇ ਕਹਿੰਦੇ ਵੀ ਹਾਵ ਭਾਵ ਚਿਹਰੇ ਦੇ ਬਦਲ ਗਏ ਤੇ ਮੈਂ ਕਹਿੰਦੇ ਸੰਧੂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਤਾਂ ਉਹਨਾਂ ਨੇ ਕਿਹਾ ਵੀ ਆਪਣਾ ਸਾਰਾ ਕੁਝ ਉੱਜੜ ਗਿਆ ਜੀ। ਸੋ ਇਹ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਸੰਬੰਧੀ ਹੀ ਜਿਹੜੀ ਉਹਨਾਂ ਨੂੰ ਮੈਸੇਜ ਮਿਲਿਆ ਸੀ ਜਿਹੜਾ ਉਹਦੇ ਨਾਲ ਹੀ ਤਾਲੁਕ ਰੱਖਦੀ ਸੀ। ਪ੍ਰੋਫੈਸਰ ਸਾਹਿਬ ਤੁਹਾਡਾ ਧੰਨਵਾਦ ਆ ਕਿ ਤੁਸੀਂ ਬੜੀ ਬਰੀਕੀ ਨਾਲ ਤੇ ਬੜੇ ਮਤਲਬ ਘੱਟ ਸ਼ਬਦਾਂ ਦੇ ਵਿੱਚ ਚੀਜ਼ਾਂ ਨੂੰ ਬਿਆਨ ਕੀਤਾ ਕਿ ਅਸਲ ਦੇ ਵਿੱਚ ਕੁਝ ਹੋਇਆ ਉੱਥੇ, ਕਿਵੇਂ ਵਾਪਰੀਆਂ ਘਟਨਾਵਾਂ, ਕਿਉਂਕਿ ਬਹੁਤੀ ਥਾਈਂ ਤਾਂ ਅਸੀਂ ਦੇਖਦੇ ਹਾਂ ਕਿ ਓਵਰ ਐਕਟਿੰਗ ਹੀ ਲੋਕ ਇਤਿਹਾਸ ਨੂੰ ਬਿਆਨ ਕਰਨ ਲੱਗਿਆਂ ਕਰ ਜਾਂਦੇ, ਜਿਸ ਨਾਲ ਜਲਦਬਾਜ਼ੀ ਦੇ ਵਿੱਚ ਤੱਥ ਜਿਹੜੇ ਆ, ਚਾਹੇ ਬੰਦਾ ਚਾਹੁੰਦਾ ਵੀ ਹੋਵੇ, ਅਣਜਾਣਪੁਣੇ ਵਿੱਚ ਹੀ ਜਦੋਂ ਬੰਦਾ ਕਾਹਲੀ 'ਚ ਬੋਲਦਾ ਤਾਂ ਬਹੁਤ ਸਾਰੇ ਤੱਥ ਜਿਹੜੇ ਉਹਨਾਂ ਨੂੰ ਤੋੜਿਆ ਮਰੋੜਿਆ ਜਾਂਦਾ ਜਾਣੇ ਜਾਂ ਅਣਜਾਣੇ ਵਿੱਚ। ਸੋ ਤੁਸੀਂ ਸ਼ਬਦਾਂ ਦਾ ਬੜਾ ਖਿਆਲ ਰੱਖਿਆ, ਮਰਿਆਦਾ ਬਣਾ ਕੇ ਰੱਖੀ ਵੀ ਕਿਵੇਂ ਸਾਰੀ ਚੀਜ਼ ਨੂੰ ਇੱਕ ਪ੍ਰੋਫੈਸ਼ਨਲੀ ਜਾਂ ਵਧੀਆ ਤਰੀਕੇ ਨਾਲ ਇੱਕ ਵਧੀਆ ਬੁਲਾਰੇ ਦੇ ਤੌਰ ਤੇ ਤੁਸੀਂ ਉਹਨੂੰ ਪੇਸ਼ ਕੀਤਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਉਹ ਜਿਹੜੀ ਜਾਣਕਾਰੀ ਸੰਗਤ ਦੇ ਵਿੱਚ ਤੁਸੀਂ ਲਿਆਂਦੀ। ਸੋ ਦਰਸ਼ਕੋ, ਦਰਬਾਰ ਸਾਹਿਬ ਦੇ ਵਿੱਚ ਹੋਇਆ ਤਾਂ ਬਹੁਤ ਕੁਝ ਸੀ, ਹਲੇ ਵੀ ਕਈ ਸਾਰੀਆਂ ਪਰਤਾਂ ਉਘੇੜਨ ਵਾਲੀਆਂ ਨੇ। ਸੋ ਪ੍ਰਮਾਤਮਾ ਕਿਰਪਾ ਕਰੇ ਕਿਤੇ ਕੋਈ ਵਧੀਆ ਚੀਜ਼ਾਂ ਸਾਹਮਣੇ ਆ ਸਕਣ, ਸਾਡੀ ਹਿਸਟਰੀ ਜਿਹੜੀ ਆ ਇੱਕ ਵਧੀਆ ਤਰਤੀਬ ਦੇ ਨਾਲ ਲਿਖੀ ਜਾ ਸਕੇ, ਜਿਹਦੇ ਨਾਲ ਸਾਡੀਆਂ ਕਮੀਆਂ ਵੀ ਅਸੀਂ ਪਛਾਣ ਸਕੀਏ ਔਰ ਜੋ ਕੁਝ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਉਹਦੇ ਉੱਤੇ ਅਸੀਂ ਮਾਣ ਵੀ ਕਰ ਸਕੀਏ। ਸਾਨੂੰ ਦਿਓ ਇਜਾਜ਼ਤ। ਧੰਨਵਾਦ।